ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾय। ਅਰਜਨ ਹਰਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜਿਸ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾय। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ न ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਵਰਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਲਿਆ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾय। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾय। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਧਿਆਨ ਦਿਓ ਨਿਆਸਿਓ ਕੇ ਆਸਰਾ। ਨਿਰਲੱਜਿਆਂ ਦੀ ਲੱਜ, ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਪਾਤਸ਼ਾਹ ਕੀਤਾ ਲੋੜੀਏ ਕੰਮ ਸੁਹਲ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ, ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ ਚ ਨੇ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखरी बतीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलना, जिन्ना मेरिया उच्चा सुच्चा नाम चेता होवे। श्री गुरु नानक नाम चढ़दी कला, तेरे पानी सरबत का भला। तार्य जान लया विमान, जिन्हें दर्शन पाया, जिन्हें तू
ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨਿਰਨਾਇਆ ਤਾਰਿਆ ਜਹਾਨ ਲਿਆ ਅਭਿਮਾਨ
जिने दर्शन पाया, जिने तुधनो तन कहा, तिन जम नेड़ नाम। तार्या जहान दया अभिमान, जिने दर्शन पाया, जिने तुधनो तन कहा, तिन जम नेड़ या। तार्या जहान दया अभिमान, जिने दर्शन पाया, जिने तुधनो तन कहा, तिन जम नेड़ नाम। तार्या जहान दया अभिमान, जिने तुधनो तन, तिन जम नेड़ नाया। तार्या जहान दया अभिमान, जिने दर्शन पाया, जिने तुधनो तन कहा, तिन जम नेड़ नाया। तार्या जहान दया अभिमान, जिने दर्शन पाया, जिने तुधनो तन कहा, तिन जम नेड़। तार्या जहान दया अभिमान, जिने दर्शन पाया, जिने तुधनो तन कहा, तिन जम नेड़ नाया। तार्या जहान दया अभिमान, जिने दर्शन पाया, जिने तुधनो तन कहा, तिन जम नया। तार्या जहान दया अभिमान, जिने दर्शन पाया, जिने तुधनो तन कहा, तिन जम नेड़ नाया। तार्या जहान दया अभिमान, जिने दर्शन पाया, जिने तुधनो तन कहा, तिन जम नेड़ नाया। तार्या जहान दया अभिमान, जिने दर्शन पाया, जिने तुधनो तिन जम नेड़ नाया। तार्या जहान दया अभिमान, जिने दर्शन पाया, जिने तुधनो तन तिन जम। मन साचा मुख साचा सोए, साचा तेरा नाम जी। निर्भौ ते निर्वैर है, मेरे सतगुर सेवा राम जी। सतगुर सेवा राम जी, साढ़े अंग संग होए सहाय। सतगुर सेवा राम जी, साढ़े अंग संग होए सहाय। साहिब संत माता जी ने कीता है कमाल, सारियां नू इकट्ठा करके रखिया है संभाल। नाम जप दे नाम जपांदे, यह इन्हां दा कारोबार। तन तन श्री गुरु नानक जावां, चरना तो बलिहार। तन तन छेवें पातशाह जी जावां, चरना तो बलिहार। तन तन साहिब संत माता जी दे, चरना तो बलिहार। आप जी की सदा ही जय। साहिब संत माता जी
आप जी नू कोट कोट नमस्कार। दंडोत बंदन अनेक बार, सर्व कला समरथ, डोलन तेरा को प्रभु, नानक देवर हथ, होवै तिब्बत कसम दी, पुरुषों चकिए, तुझ दिखे सच्चे पातशाह, मल जन्म जन्म दी कटिए, सच जे गुर फुरमाया, क्यों ए दो बोलो हटिए, तुद दिखे सच्चे पातशाह, मल जन्म जन्म दी कटिए, तुद डिठे सच्चे पातशाह, मल जन्म जन्म दी कटिए। एक ओंकार सतगुर प्रसाद, तन तन श्री सतगुर बालक सिंह साहिब सच्चे पातशाह जी, तन तन श्री सतगुरु संगता साहिब सच्चे पातशाह जी, तन तन श्री सतगुरु नारायण दास साहिब सच्चे पातशाह जी, तन तन श्री सतगुरु साधु राम साहिब सच्चे पातशाह। साखी भगत श्री चंद जी दे चलाणे दी। सिख इतिहास ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦਾ ਅਧਿਐਨ ਕਰਨ ਤੋਂ ਇਹ ਤੱਥ ਸਪਸ਼ਟ ਹੋ ਕੇ ਸਾਹਮਣੇ ਆਉਂਦਾ ਹੈ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦਾ ਅਧਿਐਨ ਕਰਨ ਤੋਂ ਇਹ ਤੱਥ ਸਪਸ਼ਟ ਹੋ ਕੇ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੂੰ ਆਪਣੇ ਗੁਰਪੁਰੀ ਸਿਧਾਰਨ ਦੇ ਵਕਤ ਦਾ ਪਹਿਲਾਂ ਹੀ ਗਿਆਨ ਹੋ ਜਾਂਦਾ ਹੈ। ਗੁਰੂ ਸਾਹਿਬਾਨ ਨੂੰ ਤਾਂ ਜੋਤ ਵਿੱਚ ਜੋਤ ਸਮਾਨ ਤੋਂ ਪਹਿਲਾਂ ਗੁਰਗੱਦੀ ਦੀ ਬਖਸ਼ਿਸ਼ ਕਰਨੀ ਹੁੰਦੀ ਹੈ। ਇਸ ਵਾਸਤੇ ਉਹ ਇਸ ਕਾਰਜ ਨੂੰ ਸੰਪੂਰਨ ਕਰਕੇ ਗੁਰਪੁਰੀ ਪਿਆਨਾ ਕਰਦੇ ਰਹੇ ਹਨ। ਬਹੁਤ ਸਾਰੇ ਭਗਤਾਂ ਨੂੰ ਵੀ ਆਪਣੇ ਅੰਤਿਮ ਸਮੇਂ ਦਾ ਗਿਆਨ ਹੋ ਜਾਂਦਾ ਹੈ। ਅਜਿਹੇ ਭਗਤਾਂ ਵਿੱਚੋਂ ਇੱਕ ਭਗਤ ਸ੍ਰੀ ਚੰਦ ਜੀ ਹੋਏ ਹਨ, ਜਿਨ੍ਹਾਂ ਨੂੰ ਆਪਣੇ ਅੰਤਿਮ ਚਲਾਣੇ ਸਮੇਂ ਦਾ ਪਹਿਲਾਂ ਹੀ ਗਿਆਨ ਹੋ ਗਿਆ ਸੀ। ਜਦੋਂ ਬਿਮਾਰੀ ਦੇ ਕਾਰਨ ਉਹਨਾਂ ਨੂੰ ਸਵਾਬੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਡਾਕਟਰ, ਜਿਹੜਾ ਕਿ ਗੁਰੂ ਘਰ ਦਾ ਪ੍ਰੇਮੀ ਸੀ, ਨੇ ਭਗਤ ਜੀ ਦੇ ਇਲਾਜ ਵਿੱਚ ਪੂਰੀ ਸੂਝ-ਬੂਝ ਤੇ ਦੁਆ ਦਾਰੂ ਦੀ ਵਰਤੋਂ ਕੀਤੀ, ਪਰ ਭਗਤ ਜੀ ਨੂੰ ਕੋਈ ਆਰਾਮ ਨਾ ਆਇਆ। ਉਸ ਡਾਕਟਰ ਨੇ ਬਹੁਤ ਸੋਚ ਵਿਚਾਰ ਤੋਂ ਬਾਅਦ ਮਰਦਾਨ ਦੇ ਵੱਡੇ ਡਾਕਟਰ ਹੁਕਮ ਚੰਦ ਨੂੰ ਸੱਦ ਭੇਜਿਆ ਤਾਂ ਜੋ ਉਹ ਭਗਤ ਜੀ ਦੀ ਬਿਮਾਰੀ ਦੀ ਤਸ਼ਖੀਸ ਅਤੇ ਇਲਾਜ ਬਾਰੇ ਕੁਝ ਅਗਵਾਈ ਕਰਨ। ਡਾਕਟਰ ਹੁਕਮ ਚੰਦ ਨੇ ਭਗਤ ਜੀ ਦੇ ਸਰੀਰ ਦੀ ਪ੍ਰੀਖਿਆ ਕਰਕੇ ਆਖਿਆ, ਇਹਨਾਂ ਦੇ ਚਲਾਣੇ ਵਿੱਚ ਥੋੜਾ ਸਮਾਂ ਰਹਿ ਗਿਆ ਹੈ,
ਇਹਨਾਂ ਨੂੰ ਕਰ ਲੈ ਜਾਓ। ਹਾਲਾਂਕਿ ਉਸ ਵਕਤ ਤੱਕ ਭਗਤ ਜੀ ਪੂਰੀ ਤਰ੍ਹਾਂ ਹੋਸ਼ ਵਿੱਚ ਸਨ ਅਤੇ ਚੰਗੀ ਤਰ੍ਹਾਂ ਗੱਲਬਾਤ ਕਰ ਰਹੇ ਸਨ। ਭਗਤ ਜੀ ਦੀ ਸੇਵਾ ਵਿੱਚ ਹਾਜ਼ਰ ਭਾਈ ਹਰੀ ਸਿੰਘ ਲੋਂਗਾਣੀ ਨੇ ਡਾਕਟਰ ਹੁਕਮ ਚੰਦ ਨੂੰ ਬੇਨਤੀ ਕੀਤੀ, ਭਗਤ ਜੀ ਪੂਰੀ ਤਰ੍ਹਾਂ ਚੇਤਨ ਹਨ, ਵਾਹ ਵਾਹ ਚੰਗੀਆਂ ਗੱਲਾਂ ਕਰ ਰਹੇ ਹਨ, ਤੁਸੀਂ ਹੋਰ ਕੁਝ ਦੇਰ ਇਹਨਾਂ ਦਾ ਇਲਾਜ ਕਰੋ, ਸ਼ਾਇਦ ਇਹ ਠੀਕ ਹੋ ਜਾਣ। ਡਾਕਟਰ ਹੁਕਮ ਚੰਦ ਨੇ ਭਾਈ ਹਰੀ ਸਿੰਘ ਲੋਂਗਾਣੀ ਨੂੰ ਆਪਣੇ ਸ਼ਬਦਾਂ 'ਤੇ ਜ਼ੋਰ ਦੇ ਕੇ ਕਿਹਾ, ਮੈਂ ਤੁਹਾਨੂੰ ਸਲਾਹ ਦੇ ਰਿਹਾ ਹਾਂ ਕਿ ਇਹਨਾਂ ਨੂੰ ਇਸੇ ਵੇਲੇ ਕਰ ਲੈ ਜਾਓ, ਇਹਨਾਂ ਦਾ ਥੋੜ੍ਹਾ ਹੀ ਸਮਾਂ ਬਾਕੀ ਹੈ। ਡਾਕਟਰ ਦੀ ਗੱਲ ਸੁਣ ਕੇ ਹਰੀ ਸਿੰਘ ਲੋਂਗਾਣੀ ਨੇ ਭਗਤ ਸ੍ਰੀ ਚੰਦ ਨੂੰ ਡਾਕਟਰ ਸਾਹਿਬ ਦੇ ਖਿਆਲਾਂ ਦੀ ਜਾਣਕਾਰੀ ਕਰਾਈ ਤਾਂ ਭਗਤ ਜੀ ਨੇ ਮੁਸਕਰਾ ਕੇ ਕਿਹਾ, ਡਾਕਟਰ ਸਾਹਿਬ ठीक फरमा रहे हैं, फ़र्क सिर्फ इतना है कि मैं आज नहीं कल 12 बजे चले जाना है। मेरे साहिब श्री सतगुरु भगवान दास जी नूं तुसी पिंड तो ताली जाके मेरे वालों बेनती करो कि आप जी दा सेवक आप जी दे दर्शनां दी उड़ीक कर रहा है। हरी सिंह लोंगाणी भगत जी की बेनती साहिबा तक पहुँचाने लई तो ताली गया। उधर जानी जान सतगुरु अपने भगत की अंतिम इच्छा पूरी करन लई पहला ही तैयार सन। सतगुरां ने हरी सिंह नूं हुक्म की दिता कि भगत श्री चंद नूं अस्पतालों ले आओ, असी भी मनेरी पुज रहे हाँ। भगत श्री चंद भाई प्रभु दयाल दे सपुत्र अते बाबा परमानंद मनेरी वालियां दे पोतरे सन, जो श्री सतगुरु बालक सिंह जी दे दरों घरों बरोसाए हुए सन। भाई प्रभु दयाल ते सतगुरां दी अपार किरपा ते अटुट बख्शिश सी। भगत श्री चंद निक्कियां होंदियां तो ही अपने दादा बाबा परमानंद नाल अमृत वेले बाहर दरिया ते बरगंड नदी दे कंढे ते भजन बंदगी ते सिमरन करन जाया करदे सन। फिर सूरज चढ़न दे नाल आप गुरुद्वारा साहिब विखे कीर्तन ते पाठ सुनन पहुँच जाया करते सन। कीर्तन दे समय कीर्तनियां नाल शामिल होके कैंसियां छेड़ियां वजांदे दे शब्द पढ़ते सन। आप श्री गुरु ग्रंथ साहिब जी की डूंगी ते विशाल जानकारी रखते सन अते गीता ते कुरान शरीफ बारे भी जानकार सन। पर आप जी दे मन ते गुरबाणी दा बहुत संघना अते डूंगा प्रभाव सी। नाम जपना आप जी दे नित दे कमाकारां दा एक अटुट अंग सी। पहला आप अपने दादा जी की छतर छाया ते देख रेख हेठ इस कारज नूं संपूर्ण किया करते सन। फिर आपने मेली गुरसिखां दे नाल इस कारज नूं करना शुरू कर दिता। भजन सिमरन ते सत्संगत दे कारण आप जी नूं गुरबाणी दी चंगी ते उच्ची सोझी प्राप्त होंदी गई ते फिर आप गुरुद्वारा साहिब विखे आके गुरबाणी दा पाठ भी करदे ते उस दे भाव अर्थां तो संगतां नूं जाणू भी करवाउंदे।
ਜਿਸ ਦੇ ਕਾਰਨ ਸੰਗਤਾਂ ਵਿੱਚ ਆਪ ਜੀ ਦਾ ਪ੍ਰਭਾਵ ਤੇ ਮਾਣ ਸਤਿਕਾਰ ਦਿਨੋਂ ਦਿਨ ਵੱਧਦਾ ਗਿਆ। ਪਰ ਆਪ ਸਦਾ ਇਹੀ ਕਹਿੰਦੇ, ਮੈਂ ਤਾਂ ਗੁਰੂ ਘਰ ਦਾ ਸੇਵਕ ਹਾਂ। ਸਾਹਿਬਾਂ ਦੇ ਹੱਥ ਵਿੱਚ ਮੈਂ ਇੱਕ ਪੁਤਲੀ ਹਾਂ। ਜਿਵੇਂ ਉਹ ਨਚਾਉਂਦੇ ਹਨ ਤਿਵੇਂ ਹੀ ਨਾਚੀਜ਼ ਕਠਪੁਤਲੀ ਵਾਂਗ ਨੱਚਦਾ ਹੈ। ਭਜਨ ਬੰਦਗੀ ਅਤੇ ਸਿਮਰਨ ਸਮੇਂ ਹਰੀ ਸਿੰਘ ਲੋਂਗਾਣੀ, ਦਾਤਾ ਰਾਮ ਰਾਵਲ, ਫਕੀਰ ਚੰਦ ਬਤਰਾ ਅਤੇ ਆਪ ਜੀ ਦੇ ਚਾਚਾ ਭਗਤ ਰਾਮਦਾਸ ਆਪ ਜੀ ਦੇ ਨਾਲ ਹੁੰਦੇ ਸਨ। ਉਹ ਵੀ ਅਜਿਹਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਸਨ। ਕਾਰੋਬਾਰੀ ਪੱਖ ਆਪ ਜੀ ਦਾ ਉਦਰ ਪੂਰਤੀ ਦਾ ਸਾਧਨ ਹਲਵਾਈ ਦੀ ਦੁਕਾਨ ਸੀ। ਭਜਨ ਬੰਦਗੀ ਅਤੇ ਕੀਰਤਨ ਕਥਾ ਦੇ ਕਾਰਨ ਆਪ ਸਵੇਰੇ ਦੇਰ ਨਾਲ ਦੁਕਾਨ ਖੋਲ੍ਹਦੇ ਅਤੇ ਸ਼ਾਮ ਨੂੰ ਵੀ ਜਲਦੀ ਬੰਦ ਕਰ ਦਿੰਦੇ। ਮਨੇਰੀ ਦੇ ਲੋਕਾਂ ਅਤੇ ਆਸੇ-ਪਾਸੇ ਦੇ ਪਿੰਡਾਂ ਵਿੱਚੋਂ ਆਉਣ ਵਾਲੇ ਗਾਹਕਾਂ ਨੂੰ ਆਪ ਜੀ ਦੀ ਦਿਨਚਰਿਆ ਦਾ ਪਤਾ ਸੀ, ਸੋ ਪਹਿਲਾਂ ਹੀ ਦੁਕਾਨ ਦੇ ਸਾਹਮਣੇ ਆ ਖੜੇ ਹੁੰਦੇ ਅਤੇ ਆਪ ਜੀ ਦੇ ਆਉਣੇ ਦੀ ਉਡੀਕ ਕਰਦੇ। ਆਪ ਨਾਮ ਬਾਣੀ ਦੇ ਰਸੀਏ ਸਨ, ਇਸ ਲਈ ਸਦਾ ਹਰ ਇੱਕ ਨਾਲ ਮਿੱਠਾ ਬੋਲਦੇ ਅਤੇ ਸੁੱਚਾ ਤੇ ਸੱਚਾ ਵਿਹਾਰ ਕਰਦੇ। ਆਪ ਜੀ ਨੇ ਲੋੜ ਤੋਂ ਵੱਧ ਕਦੇ ਵੀ ਕੋਈ ਗੱਲ ਨਹੀਂ ਸੀ ਕੀਤੀ। ਆਪ ਹਮੇਸ਼ਾ ਇਸ ਪੰਕਤੀ ਦਾ ਉਚਾਰਨ ਕਰਦੇ ਰਹਿੰਦੇ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ। ਆਪ ਸਦਾ ਪਰਮਾਰਥ ਦੀਆਂ ਗੱਲਾਂ ਕਰਦੇ ਰਹਿੰਦੇ। ਜੇ ਦੁਕਾਨ ਦੇ ਸਮੇਂ ਵੀ ਗੁਰੂ ਘਰ ਦਾ ਕੋਈ ਸੇਵਕ ਦੁਕਾਨ 'ਤੇ ਆ ਜਾਏ ਤਾਂ ਆਪ ਜੀ ਨੂੰ ਚਾਹ ਚੜ੍ਹ ਜਾਂਦਾ ਤੇ ਮਨ ਖਿੜ ਜਾਂਦਾ। ਆਪ ਉਸ ਨੂੰ ਗੁਰੂ ਜਸ 'ਤੇ ਵਰਸਾਉਂਦੇ, ਆਪ ਉਸ ਨੂੰ ਗੁਰੂ ਜਸ ਤੋਂ ਵਰਸਾਉਂਦੇ, ਉਸ ਦੀ ਹਰ ਸੰਭਵ ਸੇਵਾ ਕਰਦੇ ਤੇ ਬਲਿਹਾਰ ਜਾਂਦੇ। ਆਪਣੇ ਭਾਗਾਂ ਨੂੰ ਸਲਾਹੁੰਦੇ ਕਿ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਕਿ ਆਪ ਜੀ ਨੂੰ ਪ੍ਰੇਰ ਕੇ ਇੱਥੇ ਭੇਜਿਆ ਹੈ ਅਤੇ ਦਾਸ ਨੂੰ ਕਿਰਤਾਰਥ ਕੀਤਾ ਹੈ। ਆਪ ਜੀ ਦਾ ਜੀਵਨ ਬਹੁਤ ਸਾਦਾ ਸੀ। ਆਪ ਸਵੱਛ ਤੇ ਸਾਫ਼ ਕੱਪੜੇ ਪਾਉਂਦੇ, ਸਾਦਾ ਤੇ ਅਲਪ ਆਹਾਰ ਕਰਦੇ ਅਤੇ ਇਸ ਸਭ ਕੁਝ ਲਈ ਪ੍ਰਭੂ ਦਾ ਕੋਟਾਨ ਕੋਟ ਧੰਨਵਾਦ ਕਰਦੇ ਸਨ। ਪਰ ਮਨੁੱਖੀ ਸਰੀਰ ਕਈ ਵਾਰ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਦੇ ਦਵਾ ਦਾਰੂ ਲਈ ਮਨੁੱਖ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਇੱਕ ਵਾਰ ਆਪ ਜੀ ਬਿਮਾਰ ਹੋ ਗਏ। ਉਸ ਬਿਮਾਰੀ ਦੇ ਇਲਾਜ ਦਾ ਵਰਣਨ ਅਸਾਂ ਇਸ ਸਾਖੀ ਦੇ ਆਰੰਭ ਵਿੱਚ ਕਰ ਦਿੱਤਾ ਹੈ। ਡਾਕਟਰ ਦੀ ਸਲਾਹ ਅਤੇ ਸਾਹਿਬਾਂ ਦੇ ਹੁਕਮ ਅਨੁਸਾਰ ਹਰੀ ਸਿੰਘ ਅਤੇ ਹੋਰ ਸੱਜਣ ਮੇਲੀ ਗੁਰਸਿੱਖ ਆਪ ਜੀ ਨੂੰ ਹਸਪਤਾਲੋਂ ਮਨੇਰੀ ਸੰਤ ਤੇਜਾ ਰਾਮ ਦੇ ਗ੍ਰਹਿ ਵਿਖੇ ਮੰਜੇ 'ਤੇ ਪਾ ਕੇ ਲੈ ਆਏ। ਉੱਥੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਤੋਤਾਲੀ ਤੋਂ ਆ ਪੁੱਜੇ ਅਤੇ ਉਹਨਾਂ ਨੇ ਭਗਤ ਜੀ ਦੀ ਸਰੀਰਿਕ ਦਸ਼ਾ
ਤੇ ਇੱਕ ਝਾਤ ਪਾਈ। ਸਾਰੀ ਗੱਲਬਾਤ ਪ੍ਰੇਮੀਆਂ ਤੋਂ ਪੁੱਛੀ। ਭਗਤ ਜੀ ਨੂੰ ਵੇਖਣ ਪਿੰਡ ਦਾ ਹਕੀਮ ਪੰਡਤ ਤੀਰਥ ਰਾਮ ਵੀ ਆ ਗਿਆ। ਜਦੋਂ ਉਸਨੇ ਭਗਤ ਜੀ ਦੀ ਨਬਜ਼ 'ਤੇ ਹੱਥ ਰੱਖਿਆ ਤਾਂ ਆਪ ਜੀ ਨੇ ਉਸ ਨੂੰ ਕਿਹਾ, पंडित जी, नब्ज़ को देखकर क्या करोगे? मैंने तो ठीक 12 बजे चले जाना है। भगत जी दी मेली ते साथी हरी सिंह ने पूछया, भगत जी, तुहाडे जाण तो पिछों तुहाडी पत्नी भली दा की होवेगा? भली दे राखे मेरे श्री सतगुरु भगवान दास जी होणगे। भगत श्री चंद जी ने अपार श्रद्धा ते भगती भावना विच रंगिया जवाब दिता। हरी सिंह ने फिर मोह दा जाल उन्हां ते पाण दी कोशिश करदियां होइयां सवाल कीता, लखबीर सिंह ते चंद्रमुखी आप जी दे पुत्र ते पुत्री उन्हां वास्ते ही रह जाओ। भगत श्री चंद ने जवाब दिता, उत्थे लखां ही लखबीर ते चंद्रमुखियां हन, तुहानू तां सिर्फ 2 ही नज़र आउंदे हन ते मैनू। भगत जी ने अपनी गल अधूरी ही छड़ दिती। भगत जी भजनीक ते ज्ञानी पुरुष सन, मोह माया विच फसण वाले नहीं सन। जल विच रह के कमल वांग निर्लेप रहना उन्हां दे अंदरले दा सुभाव सी। गुरसिੱਖੀ भी गृहस्थ विच रह के निर्लेप रहण दी प्रेरणा ते सिੱਖਿਆ देंदी प्रेरणा ਤੇ ਸਿੱਖਿਆ ਦਿੰਦੀ ਹੈ ਅਤੇ ਭਗਤ ਜੀ ਇਸੇ ਰਾਹ ਦੇ ਪਾਂਧੀ ਸਨ। ਅੰਤ ਵੇਲੇ ਭਗਤ ਸ੍ਰੀ ਚੰਦ ਨੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਵੱਲ ਵੇਖ ਕੇ ਹੱਥ ਜੋੜੇ ਅਤੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਅੰਗ ਸੰਗ ਸਹਾਈ ਹੋਣਾ। ਸਤਿਗੁਰਾਂ ਨੇ ਭਗਤ ਜੀ ਦੇ खामोश ते मेहर परी नज़र की थी ते श्री सतगुरु संगता जी पास मन ही मन उस ते बख्शिश लई अरदास की थी। भगत श्री चंद ने हेठ लिखियां पंक्तियां पढ़ियां, हे पवन जगत दी रानी, मैं कर दी अर्ज निमाणी, मेरी मिट्टी गुर दरबारों थाऊं होर नहीं ले जानी। हे पवन जगत दी रानी, मैं कर दी अर्ज निमाणी, मेरी मिट्टी गुर दरबारों थाऊं होर नहीं ले जानी। मत वैरी बोली मारे ए फिर दी द्वारे द्वारे। अजे 12 वजण विच 10 मिनट बाकी सन कि साहिब श्री सतगुरु भगवान दास जी उठ के बाहर चले गए अते भगत जी अंतर ध्यान हो गए। हरी सिंह ने भगत श्री चंद की हालत वेख के उन्हां दे मूँह ते पल्ला पा दिता। जब श्री सतगुरु जी वापस अंदर आए तो हरी सिंह ने मूँह तो पल्ला लाया तो भगत श्री चंद जी दी आत्मा परमात्मा विच लीन हो चुकी सी। उत्थे हाज़र गुरसिखां दे मूँहों सुते सिद्ध निकलिया, जोत विच जोत रल गई। फिर किया
ज्यों जल में जल आए खटाना, त्यों ज्योति संग जोत समाना। भगत जी दे अंतिम संस्कार ਦੀ ਤਿਆਰੀ ਕੀਤੀ ਗਈ ਅਤੇ ਭਗਤ ਸ੍ਰੀ ਚੰਦ ਜੀ ਦੀ ਆਤਮਿਕ ਕਲਿਆਣਤਾ ਲਈ ਸਤਿਗੁਰਾਂ ਆਪ ਅੰਤਿਮ ਅਰਦਾਸ ਕੀਤੀ। ਇਹ ਦਿਨ 19 ਕੱਤਕ ਸੰਮਤ 1999 ਸੀ। ਜਦ ਭਗਤ ਜੀ ਦੀ ਅੰਤਿਮ ਯਾਤਰਾ ਨਿਕਲੀ ਤਾਂ ਭਗਤ ਜੀ ਦੇ ਭਗਤੀ ਸਿਮਰਨ ਦੇ ਸਤਕਾਰ ਵਜੋਂ ਅਰਥੀ ਦੇ ਅੱਗੇ ਅੱਗੇ ਕੁਝ ਸਿੱਖ ਚਾਦਰਾਂ ਵਿਛਾਉਂਦੇ ਗਏ ਅਤੇ ਢੋਲਕੀ ਛੈਣਿਆਂ ਨਾਲ ਸੰਗਤਾਂ ਕੀਰਤਨ ਕਰਦੀਆਂ ਅੱਗੇ ਵਧਦੀਆਂ ਗਈਆਂ। ਦਰਿਆ ਦੇ ਕੰਢੇ 'ਤੇ ਪੁੱਜ ਕੇ ਸਾਹਿਬਾਂ ਘਰ ਵਾਪਸ ਆਉਣ ਤੋਂ ਪਹਿਲਾਂ ਹੁਕਮ ਕੀਤਾ, ਜਿਸ ਵਕਤ ਕੱਲ ਸੰਗਤਾਂ ਭਗਤ ਜੀ ਦੇ ਫੁੱਲ ਚੁਣਨ ਲਈ ਆਉਣ ਤਾਂ ਫੁੱਲਾਂ ਅਤੇ ਵਿਭੂਤੀ ਦੀ ਸਾਂਭ ਸੰਭਾਲ ਦਾ ਪੂਰਾ ਪ੍ਰਬੰਧ ਕਰਨ, ਕਿਉਂਕਿ ਭਗਤ ਜੀ ਦੀ ਅੰਤਿਮ ਇੱਛਾ ਸੀ ਕਿ ਉਹਨਾਂ ਦੀ ਮਿੱਟੀ ਗੁਰਦਰਬਾਰੋਂ ਬਾਹਰ ਕਿਸੇ ਹੋਰ ਥਾਂ ਨਾ ਜਾਏ। ਸੰਗਤਾਂ ਨੇ ਸਤਿਗੁਰਾਂ ਦੇ ਹੁਕਮ 'ਤੇ ਫੁੱਲ ਚੜਾਏ। ਫੁੱਲ ਤੇ ਵਿਭੂਤੀ ਇੱਕੋ ਥੈਲੀ ਵਿੱਚ ਪਾ ਲਿਆ ਕੇ ਲਾਲਾ ਤੇਜਾ ਰਾਮ ਜੀ ਦੇ ਗ੍ਰਹਿ ਵਿਖੇ ਰੱਖੇ ਗਏ। ਸ੍ਰੀ ਸਤਿਗੁਰ ਜੀ ਭਗਤ ਜੀ ਦੇ ਉਠਾਲੇ ਤੱਕ ਮਨੇਰੀ ਹੀ ਰਹੇ। ਜਦੋਂ ਉਠਾਲੇ ਦਾ ਭੋਗ ਪਿਆ ਤਾਂ ਸੰਗਤਾਂ ਨੇ ਸਤਿਗੁਰ ਜੀ ਅੱਗੇ ਬੇਨਤੀ ਕੀਤੀ, ਸਾਹਿਬ ਜੀਓ, ਹੁਣ ਸਾਨੂੰ ਕਥਾ ਕੌਣ ਸੁਣਾਏਗਾ? ਤਾਂ ਸਤਿਗੁਰਾਂ ਨੇ ਰਾਮਦਾਸ ਵੱਲ ਇਸ਼ਾਰਾ ਕੀਤਾ, ਉਸ ਨੂੰ ਸੱਦ ਕੇ ਪਾਸ ਬਿਠਾਇਆ ਅਤੇ ਉਸ ਦੀ ਕੰਧ 'ਤੇ ਹੱਥ ਰੱਖ ਕੇ ਸਾਹਿਬਾਂ ਫਰਮਾਇਆ, ਰਾਮਦਾਸ ਜੀ, ਹੁਣ ਤੋਂ ਸੰਗਤਾਂ ਨੂੰ ਕਥਾ ਆਪ ਸੁਣਾਇਆ ਕਰੋਗੇ। ਇਹ ਹੁਕਮ ਸੁਣ ਕੇ ਰਾਮਦਾਸ ਕੋਈ ਡਰਿਆ ਅਤੇ ਬੇਨਤੀ ਕੀਤੀ, ਸਾਹਿਬ ਜੀਓ, ਦਾਸ ਨੂੰ ਕੁਝ ਸੂਝ-ਬੂਝ ਨਹੀਂ ਹੈ। ਦਾਸ ਆਪ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਸੰਗਤਾਂ ਨੂੰ ਕਥਾ ਸੁਣਾਉਣ ਦੀ ਹਿੰਮਤ ਕਿਵੇਂ ਕਰ ਸਕੇਗਾ? ਫਿਰ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਹੁਕਮ ਕੀਤਾ, ਅਸੀਂ ਜੋ ਤੈਨੂੰ ਆਖ ਰਹੇ ਹਾਂ ਕਿ ਕਥਾ ਕੀਤਾ ਕਰ। ਸ੍ਰੀ ਸਤਿਗੁਰੂ ਸੰਗਤਾਂ ਜੀ ਸਭ ਭਲੀ ਕਰਨਗੇ। ਪਰ ਭਗਤ ਰਾਮਦਾਸ ਨੂੰ ਆਪਣੇ ਆਪ 'ਤੇ ਯਕੀਨ ਨਾ ਆਵੇ ਕਿ ਉਹ ਇਸ ਜ਼ਿੰਮੇਵਾਰੀ ਨੂੰ ਨਿਭਾ ਸਕੇਗਾ। ਉਸ ਬਹੁਤ ਰੁਦਨ ਕੀਤਾ, ਜੋਦੜੀ ਕੀਤੀ, ਤਰਲੇ ਲਏ, ਖਿਮਾ ਯਾਚਨਾ ਲਈ ਬੇਨਤੀ ਕੀਤੀ ਤਾਂ ਸਤਿਗੁਰਾਂ ਹੁਕਮ ਕੀਤਾ, ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਦਾ ਤੇਰੇ ਸਿਰ 'ਤੇ ਉਸੇ ਤਰ੍ਹਾਂ ਹੀ ਹੱਥ ਹੈ ਜਿਵੇਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਛੜੀ ਛੱਜੂ ਚੀਵੜ ਦੇ ਸਿਰ 'ਤੇ ਸੀ, ਜਿਸ ਨੇ ਅਨਪੜ੍ਹ ਹੁੰਦਿਆਂ ਹੋਇਆਂ ਵੀ ਗੀਤਾ ਦਾ ਸ਼ੁੱਧ ਪਾਠ ਹੀ ਨਹੀਂ ਕੀਤਾ ਬਲਕਿ ਅਰਥ ਵੀ ਸਮਝਾਏ। ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਦਾ ਨਾਮ ਲੈ ਕੇ ਕਥਾ ਕਰਨੀ ਆਰੰਭ ਕਰੋ, ਉਹ ਆਪ ਤੁਹਾਨੂੰ ਗਿਆਨ ਦਾ ਭੰਡਾਰ ਬਖਸ਼ਿਸ਼ ਕਰਨਗੇ। ਫਿਰ ਸਾਹਿਬਾਂ ਭਗਤ ਰਾਮਦਾਸ ਜੀ ਨੂੰ ਥਾਪੜਾ ਦੇ ਕੇ ਆਖਿਆ, ਹੁਣ ਤੂੰ ਸਾਡੇ ਸਾਹਮਣੇ ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਰੱਖ ਕੇ ਕਥਾ ਆਰੰਭ ਕਰ। ਉਪਰੰਤ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਇਸ ਸ਼ਬਦ ਦੀ ਉਸ ਤੋਂ ਕਥਾ ਕਰਵਾਈ, ਜੋ ਅਤਿਅੰਤ
ਪ੍ਰਭਾਵਸ਼ਾਲੀ ਅਤੇ ਗੁਰੂ ਆਸ਼ੇ ਦੇ ਮੁਤਾਬਕ ਸੀ। ਊਚੇ ਅਪਾਰ ਬੇਅੰਤ ਸੁਆਮੀ, कौन जाने गुण तेरे। गावते उधरे सुनते उधरे, बिन सह पाप कनेरे। पशु परेत मुगध को तारे, पाहन पार उतारे। नानक दास तेरी शरणाई, सदा सदा बलिहार। वापस कैमलपुर जाण वेले सतगुरु जी भगत श्री चंद दे फुल ते विभूति अपने नाल ही कैमलपुर लै गए। दूजे दिन श्री सतगुरु जी कुछ संगतां ते रिश्तेदार भगत जी दे फुल ते विभूति बरोठा साहिब दरिया सिंध के किनारे, जिथे श्री सतगुरु संगता साहिब जी का तप स्थान है, अपने नाल लै गए। उत्थे पहुँच के अरदास की अदे फुल विभूति नू जल प्रवाह कर दिता। इस तो उपरंत श्री सतगुरु संगता साहिब जी दे तप स्थान ते सिमरन होया। सतगुरां अरदास की ते संगतां सहित कैमलपुर वापस आ गए। मनेरी तो स्वावी दी संगत रात कैमलपुर ही रही अते अगले दिन सतगुरु जी तो आग्या लैके संगत आपो अपने पिंडां नूं चली गई। इस तो उपरंत श्री सतगुरु संगता साहिब जी दे तप स्थान ते सिमरन होया। सतगुरां अरदास की ते संगतां सहित कैमलपुर वापस आ गए। मनेरी ते स्वामी दी संगत रात कैमलपुर ही रही अते अगले दिन सतगुरु जी तो आग्या लैके संगत आपो अपने पिंडां नूं चली गई। साखी पूरी हुई। एक ओंकार सतगुर प्रसाद। तन तन श्री सतगुरु बालक सिंह साहिब सच्चे पातशाह जी। तन तन श्री सतगुरु संगता साहिब सच्चे पातशाह जी। तन तन श्री सतगुरु नारायण दास साहिब सच्चे पातशाह जी। तन तन श्री सतगुरु साधु राम साहिब सच्चे पातशाह जी। साखी सतगुरु जी दी स्वाबी ਅਤੇ ਮਨੇਰੀ ਮੱਝੀਆਂ ਲੈਣ ਲਈ ਜਾਣ ਦੀ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਸੰਬੰਧੀ ਅਨੇਕਾਂ ਹੀ ਕੌਤਕ ਪ੍ਰਸਿੱਧ ਹਨ। ਉਹਨਾਂ ਨੇ ਅਣਗਿਣਤ ਜੀਵਾਂ ਨੂੰ ਨਾਮਦਾਨ ਦੇ ਕੇ ਸੰਸਾਰ ਰੂਪੀ ਭਵਜਲ ਤੋਂ ਪਾਰ ਕਰਨ ਦੀ ਸੋਝੀ ਦਿੱਤੀ। ਆਪ ਜੀ ਨੇ ਪਸ਼ੂਆਂ ਤੱਕ ਦੇ ਕੰਨਾਂ ਵਿੱਚ ਨਾਮ ਫੂਕ ਕੇ ਉਹਨਾਂ ਦਾ ਵੀ ਉਧਾਰ ਕੀਤਾ। ਇੱਕ ਵਾਰੀ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਕੈਮਲਪੁਰ ਤੋਂ ਮੱਝੀਆਂ ਲੈਣ ਮਨੇਰੀ ਪਿੰਡ ਗਏ ਅਤੇ ਆਪਣਾ ਡੇਰਾ ਲਾਲਾ ਤੇਜਾ ਰਾਮ ਦੇ ਘਰ ਲਾਇਆ। ਗਰਮੀਆਂ ਦਾ ਮੌਸਮ ਸੀ, ਇਸ ਵਾਸਤੇ ਰਾਤ ਨੂੰ ਛੱਤ 'ਤੇ ਹੀ ਸੰਗਤਾਂ ਨੂੰ ਕਥਾ ਅਤੇ ਕੀਰਤਨ ਨਾਲ ਨਿਵਾਜਿਆ ਅਤੇ ਨਿਹਾਲ ਕੀਤਾ। ਉਹਨਾਂ ਦੀ ਸ਼ਰਨ ਜੋ ਵੀ ਕੋਈ ਆਇਆ ਉਸ ਦੀ ਲਾਜ ਉਹਨਾਂ ਨੇ ਰੱਖੀ। ਦੁਖੀਆਂ ਦੇ ਦੁੱਖ ਦੂਰ ਕਰਨਾ ਸਤਿਗੁਰਾਂ ਜੀ ਦਾ
ਬਿਰਧ ਸੀ। ਸਵੇਰ ਹੋਈ ਤੇ ਸੁਆਮੀ ਦੀ ਸੰਗਤ ਦਰਸ਼ਨ ਕਰਨ ਆਈ। ਸ੍ਰੀ ਸਤਿਗੁਰੂ ਜੀ ਉਸ ਸਮੇਂ ਗੁਰਦੁਆਰੇ ਕਥਾ ਕਰ ਰਹੇ ਸਨ ਅਤੇ ਮਨੇਰੀ ਦੀ ਸੰਗਤ ਬੈਠੀ ਸੁਣ ਰਹੀ ਸੀ। ਇਹ ਸੰਗਤ ਵੀ ਮੱਥਾ ਟੇਕ ਕੇ ਬੈਠ ਗਈ। ਕਥਾ ਇਸ ਸ਼ਬਦ ਦੀ ਹੋ ਰਹੀ ਸੀ। ਸ਼ਲੋਕ ਮਹਲਾ ਤੀਜਾ। सतगुर स्यों चित न लायो, नाम न वस्यो मन आए। त्रिग इवे हा जीव्या, क्या जुग में पाया आए। माया खोटी रास है, एक चसे में पाज लह जाए। हथों छुड़की तन स्याहो होए, बदन जाए कुमलाए। जिन सतगुर स्यों चित लाया, तिन सुख वस्या मन आए। हर नाम त्यावे रंग स्यों, हर नाम रहे लिव लाए। नानक सतगुर सो तन सौंपिया। जे जी मैं रया समाए। रंग तिसे को अगला, वनी चढ़े चढ़ाए। श्री सतगुरु भगवान दास जी ने फरमाया, जिसने सतगुरां नाल चित नहीं लाया ਅਤੇ ਉਸਦੇ ਮਨ ਵਿੱਚ ਨਾਮ ਦਾ ਵਾਸਾ ਨਹੀਂ ਹੋਇਆ, ਇਸ ਤਰ੍ਹਾਂ ਦੇ ਜੀਵਨ ਨੂੰ ਤ੍ਰਿਗਾਕਾਰ ਹੈ। ਜਿਸ ਨੇ ਸਤਿਗੁਰਾਂ ਨਾਲ ਚਿੱਤ ਨਹੀਂ ਲਾਇਆ ਅਤੇ ਉਸਦੇ ਮਨ ਵਿੱਚ ਨਾਮ ਦਾ ਵਾਸਾ ਨਹੀਂ ਹੋਇਆ, ਇਸ ਤਰ੍ਹਾਂ ਦੇ ਜੀਵਨ ਨੂੰ ਤ੍ਰਿਗਾਕਾਰ ਹੈ। ਕੋਈ ਵੀ ਦੱਸ ਨਹੀਂ ਸਕਦਾ ਕਿ ਉਸਨੇ ਇਸ ਜਗਤ ਵਿੱਚ ਆ ਕੇ ਕੀ ਖਟਿਆ ਹੈ। ਜੇ ਉਹ ਆਖੇ ਕਿ ਮਾਇਆ ਖੋਟੀ ਹੈ, ਪਰ ਮਾਇਆ ਦੀ ਰਾਸ ਦਾ ਅਨਾਦ ਕਾਲ ਤੋਂ ਹੀ ਅਨਾਦ ਕਾਲ ਤੋਂ ਹੀ ਖੋਟੀ ਹੈ, ਕਿਉਂਕਿ ਇੱਕ ਚਸੇ ਵਿੱਚ ਹੀ ਉਸ ਦਾ ਪਾਜ ਭੇਦ ਖੁੱਲ੍ਹ ਜਾਂਦਾ ਹੈ। ਮਾਇਆ ਹੱਥੋਂ ਨਿਕਲ ਜਾਏ ਤਾਂ ਸਰੀਰ ਦਾ ਰੰਗ ਕਾਲਾ ਪੈ ਜਾਂਦਾ ਹੈ ਅਤੇ ਬਦਨ ਸਰੀਰ ਕੁਮਲਾ ਜਾਂਦਾ ਹੈ। ਫਿਰ ਸਤਿਗੁਰਾਂ ਨੇ ਅਗਾਹਾਂ ਹੋਰ ਫਰਮਾਇਆ, ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਚਿੱਤ ਨੂੰ ਜੋੜਿਆ ਹੈ, ਉਹਨਾਂ ਦੇ ਮਨ ਵਿੱਚ ਸੁਖ ਆ ਕੇ ਵਸ ਗਿਆ ਹੈ। ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਚਿੱਤ ਨੂੰ ਜੋੜਿਆ ਹੈ, ਉਹਨਾਂ ਦੇ ਮਨ ਵਿੱਚ ਸੁਖ ਆ ਕੇ ਵਸ ਗਿਆ ਹੈ। ਉਹ ਗੁਰਮੁਖ ਪ੍ਰੇਮ ਰੰਗ ਵਿੱਚ ਰਤੇ ਹੋਏ ਨਾਮ ਨੂੰ ਧਿਆਉਂਦੇ ਹਨ ਅਤੇ ਸਿਮਰਨ ਕਰਦੇ ਹਨ ਅਤੇ ਹਰ ਦੇ ਨਾਮ ਵਿੱਚ ਲਿਵ ਲੰਘਾਉਂਦੇ ਰਹਿੰਦੇ ਹਨ। ਹਰ ਦੇ ਨਾਮ ਵਿੱਚ ਲਿਵ ਲਗਾਉਂਦੇ ਰਹਿੰਦੇ ਹਨ। ਸ੍ਰੀ ਸਤਿਗੁਰੂ ਅਮਰਦਾਸ ਜੀ ਕਥਨ ਕਰਦੇ ਹਨ ਕਿ ਉਹਨਾਂ ਨੂੰ ਸਤਿਗੁਰਾਂ ਨੇ ਉਹ ਤਨ ਸੌਂਪਿਆ ਹੈ ਜਿਹੜਾ ਜੀ ਅੰਦਰ ਸਮਾਇਆ ਹੋਇਆ ਹੈ। ਉਸ ਗੁਰਮੁਖ ਨੂੰ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਗੁਰਾਂ ਦਾ ਚੜਾਇਆ ਹੋਇਆ ਪ੍ਰੇਮ ਦਾ ਰੰਗ ਚੜ੍ਹਦਾ ਹੈ। ਇਸ ਤੋਂ ਉਪਰੰਤ ਸਤਿਗੁਰਾਂ ਨੇ ਫਰਮਾਇਆ ਕਿ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਹੇਠਲੇ ਸ਼ਲੋਕ ਵਿੱਚ ਇਉਂ ਫਰਮਾਇਆ ਹੈ, ਮਾਇਆ ਹੋਈ ਨਾਗਨੀ जगत रही लपटाए, इसकी सेवा जो करे तिस ही को फिर खाए।
गुरमुख कोई गारड़ू तिन मल दल लाई पाए, नानक से उबरे जे सच रहे लिवलाए। इस माया ने नागन दा रूप धार के जगत नू अपने नाल लपटाया होया है। जो पुरुष इस माया दी सेवा करता है, पाओ ये है कि इस नाल प्रीत करता है, पाओ इस दा गुलाम हो जाता है। ये नागन उलट के उस नू ही खा जाती है, पाओ तबाह कर देंदी है। संसार विच कोई विरला ही मनुख गारड़ू मांतरी ये मंत्र जानता है, जिसने दल मल के पाओ वस विच करके उसनों चरना दी दासी बना लिया है। गुरु जी कथन करते हैं कि इस माया तो ਉਹ ਪੁਰਖ ਬਚਦੇ ਹਨ ਜਿਨ੍ਹਾਂ ਦੀ ਸੱਚੇ ਨਾਲ ਲਿਵ ਲੱਗੀ ਹੋਈ ਹੈ। ਜਦ ਕਥਾ ਦਾ ਭੋਗ ਪਿਆ ਤਾਂ ਅਰਦਾਸ ਹੋਈ, ਪ੍ਰਸ਼ਾਦ ਵੰਡਿਆ ਗਿਆ। ਸੁਆਮੀ ਦੀ ਸੰਗਤ ਸਹਿਤ ਸਤਿਗੁਰੂ ਜੀ ਲਾਲਾ ਤੇਜਾ ਰਾਮ ਦੇ ਘਰ ਆਏ। ਉੱਥੇ ਸੰਗਤਾਂ ਨੇ ਲੰਗਰ ਛਕਿਆ ਤਾਂ ਰਾਮ ਜੀ ਦਾਸ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਾਹਿਬ ਜੀ ਸਾਡੇ ਨਾਲ ਸਾਡੇ ਪਿੰਡ ਸੁਆਬੀ ਚੱਲ ਕੇ ਆਪਣੇ ਪਵਿੱਤਰ ਚਰਨਾਂ ਨਾਲ ਸਾਡੇ ਘਰਾਂ ਨੂੰ ਪਵਿੱਤਰ ਕਰੋ, ਭਾਗ ਲਾਓ। ਸ੍ਰੀ ਸਤਿਗੁਰੂ ਜੀ ਨੇ ਰਾਮ ਜੀ ਦਾਸ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਸੁਆਬੀ ਪਿੰਡ ਗਏ। ਉੱਥੇ ਰਾਮ ਜੀ ਦਾਸ ਦੇ ਘਰ ਉੱਥੋਂ ਦੇ ਕੀਰਤਨੀ ਜਥੇ ਭਾਈ ਬ੍ਰਹਮਦਾਸ, ਭਾਈ ਮੰਗਲ ਸੈਨ ਤੇ ਭਾਈ ਜਵੰਦਾ ਮਲ ਨੇ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਸਤਿਗੁਰਾਂ ਨੇ ਮਿੱਠੇ ਮਿੱਠੇ ਬਚਨ ਸੁਣਾਏ। ਰਾਮ ਜੀ ਦਾਸ ਨੇ ਫਿਰ ਬੇਨਤੀ ਕੀਤੀ, ਇੱਥੇ ਇੱਕ ਪਠਾਨ ਕੋਲ ਮੱਝ ਹੈ, ਉਹ ਬਹੁਤ ਅਸੀਲ ਵੀ ਹੈ ਅਤੇ ਦੁੱਧ ਵੀ ਚੰਗਾ ਦਿੰਦੀ ਹੈ। ਆਪ ਜੀ ਚੱਲ ਕੇ ਦੇਖ ਲਓ, ਜੇ ਆਪ ਜੀ ਨੂੰ ਪਸੰਦ ਆਵੇ ਤਾਂ ਖਰੀਦ ਲੈਣਾ। ਇਹ ਸੁਣ ਕੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਰਾਮ ਜੀ ਦਾਸ ਨਾਲ ਮੱਝ ਵੇਖਣ ਗਏ। ਉੱਥੇ ਰਾਮ ਜੀ ਦਾਸ ਨੇ ਉਸ ਪਠਾਨ ਨੂੰ ਦੱਸਿਆ, ਖਾਨ ਸਾਹਿਬ ਇਹ ਸਾਡੇ ਪੀਰ ਜੀ ਹਨ, ਕੈਮਲਪੁਰ ਤੋਂ ਆਏ ਹਨ, ਤੁਸੀਂ ਆਪਣੀ ਮੱਝ ਦਿਖਾ ਦਿਓ ਅਤੇ ਦਾਮ ਵੀ ਦੱਸ ਦਿਓ। ਪਠਾਨ ਨੇ ਸਾਹਿਬਾਂ ਵਾਸਤੇ ਪਲੰਗ ਵਿਛਾਇਆ ਅਤੇ ਅਰਜ਼ ਕੀਤੀ, ਪੀਰ ਸਾਹਿਬ ਤਸ਼ਰੀਫ ਰੱਖੀਏ। ਫਿਰ ਉਸਨੇ ਬੜੇ ਅਦਬ ਨਾਲ ਕਿਹਾ, ਤੁਸੀਂ ਸਾਡੇ ਵੀ ਪੀਰ ਹੋ, ਤੁਸੀਂ ਮੱਝ ਲੈ ਜਾਓ, ਜੋ ਤੁਸਾਂ ਦੇਣਾ ਹੈ ਦੇ ਦਿਓ, ਮੈਂ ਤੁਸਾਂ ਨਾਲ ਸੌਦੇ ਵਾਲੀ ਗੱਲ ਨਹੀਂ ਕਰਨੀ। ਸਾਹਿਬਾ ਨੇ ਉਸ ਤੋਂ ਦੁਬਾਰਾ ਕੀਮਤ ਬਾਰੇ ਪੁੱਛਿਆ ਤਾਂ ਉਸ ਫਿਰ ਪਹਿਲੀ ਗੱਲ ਹੀ ਦੁਹਰਾ ਦਿੱਤੀ, ਪੀਰ ਜੀ ਤੁਸਾਂ ਜੋ ਕੁਝ ਦੇਣਾ ਹੈ ਦੇ ਦਿਓ, ਇਹ ਮੱਝ ਬੜੀ ਅਸੀਲ ਹੈ, ਇਸ ਨੂੰ ਲੈ ਜਾਓ। ਉਸਨੇ ਫਿਰ ਕਿਹਾ। ਰਾਮ ਜੀ ਦਾਸ ਨੂੰ ਪਤਾ ਸੀ ਕਿ ਇੱਕ ਬੰਦਾ ਇਸ ਮੱਝ ਦੀ ਕੀਮਤ 125 ਰੁਪਏ ਦੇ ਰਿਹਾ ਸੀ, ਪਰ ਇਸਨੇ ਮੱਝ ਨਹੀਂ ਦਿੱਤੀ। ਫਿਰ ਰਾਮ ਜੀ ਦਾਸ ਨੇ ਸਾਹਿਬਾ ਤੋਂ 140 ਰੁਪਏ ਲੈ ਕੇ ਖਾਨ ਦੇ ਹੱਥ ਫੜਾਏ, ਜੋ ਉਸ ਪਠਾਨ ਨੇ ਗਿਣੇ ਬਿਨਾਂ ਹੀ ਖੀਸੇ ਜੇਬ ਵਿੱਚ ਪਾ ਲਏ ਅਤੇ ਮੱਝ ਕਿਲੇ ਨਾਲੋਂ ਖੋਲ੍ਹ ਕੇ ਉਸ ਦਾ
ਰੱਸਾ ਰਾਮ ਜੀ ਦਾਸ ਦੇ ਹੱਥ ਫੜਾ ਦਿੱਤਾ। ਇਸ ਮੱਝ ਨੂੰ ਰਾਮ ਜੀ ਦਾਸ ਨੇ ਭਾਈ ਹਰੀ ਸਿੰਘ ਲੁੰਗਾਣੀ ਮਨੇਰੀ ਵਾਲੇ ਦੇ ਘਰ ਪਹੁੰਚਾ ਦਿੱਤਾ। ਫਿਰ ਸਾਹਿਬ ਜੀ ਮਨੇਰੀ ਵਾਪਸ ਆਏ। ਲੰਗਰ ਛਕਣ ਤੋਂ ਉਪਰੰਤ ਵਿਸਰਾਮ ਕੀਤਾ। ਸ਼ਾਮ ਨੂੰ ਬਾਹਰ ਬਰਗੰਡ ਨਦੀ ਤੇ ਸੰਗਤਾਂ ਸਹਿਤ ਗਏ ਅਤੇ ਬਚਨ ਬਿਲਾਸ ਕੀਤੇ। ਸਾਹਿਬਾਂ ਨੇ ਇੱਕ ਹੋਰ ਮੱਝ ਖਰੀਦਣ ਦੀ ਗੱਲ ਕੀਤੀ ਤਾਂ ਕਿਸ਼ਨ ਚੰਦ ਡੰਗ ਨੇ ਬੇਨਤੀ ਕੀਤੀ, ਸਾਹਿਬ ਜੀਓ, ਨदियों ਪਾਰ ਇੱਕ ਪਠਾਨ ਮੱਝ ਦਾ ਵਪਾਰ ਕਰਦਾ ਹੈ। ਉਸ ਦੇ ਪਿੰਡ ਦਾ ਨਾਂ ਮੀਰਦਾਦ ਕਿਲੇ ਹੈ। ਤਾਂ ਸਾਹਿਬਾਂ ਨੇ ਫਰਮਾਇਆ, ਚਲੋ ਵੇਖ ਆਈਏ। ਇਹ ਕਹਿ ਕੇ ਸਾਹਿਬ ਜੀ ਕਿਸ਼ਨ ਚੰਦ ਡੰਗ ਅਤੇ ਹਰੀ ਸਿੰਘ ਲੁੰਗਾਣੀ ਦੇ ਸੰਗ ਉਸ ਪਿੰਡ ਗਏ। ਪਠਾਨ ਨੂੰ ਜਦ ਪਤਾ ਲਗਾ ਕਿ ਹਿੰਦੂਆਂ ਦੇ ਪੀਰ ਆ ਰਹੇ ਹਨ ਤਾਂ ਉਸ ਪਹਿਲਾਂ ਹੀ ਪਲੰਗ ਵਿਛਾ ਦਿੱਤਾ ਅਤੇ ਸਾਹਿਬਾਂ ਦੇ ਆਉਣ 'ਤੇ ਹੱਥ ਜੋੜ ਕੇ दरखास्त की थी, आपने हम पर रहम किया है, जो हमारे गरीब खाने पर तशरीफ़ लाए हैं, कोई खिदमत बताइए। साहिबा ने पठान नूं दस्या, असां एक मझ खरीदनी है। सानू किशन चंद ने दस्या है कि आप मझां दा व्यापार करते हो, आप दा काम काज कैसा है। पठान ने जवाब दिता, आपकी दुआ से ठीक ठाक चल रहा है। उसने फिर एक मझ वाल इशारा करदे होया कहा, ये मझ बहुत चंगी नस्ल दी है अते गबन है, तुसी ये लै जाओ। साहिबा ने उसकी कीमत पूछी तां पठान ने 150 रुपए दसी अते साहिबा ने उसनों दसी कीमत दे के वो मझ खरीद लई। उस पठान ने अपने एक बंदे नूं सद के कहा, इस मझ नूं मनेरी पहुँचाओ। उस बंदे ने ये मझ भी भाई हरी सिंह लुंगाणी दे घर पहुँचा दी। भाई हरी सिंह लुंगाणी अते उसके परिवार ने इन्हां मझां दी सेवा करके अपने आप नूं वड्डे भागां वाला समझिया। सतगुरु जी जद तक मनेरी रहे, रोज़ सवेरे गुरुद्वारे कीर्तन ते कथा दा प्रवाह चलदा रहा। इरद गिरद दे पिंडां दीयां संगतां भी आके लाभ उठांदियां रहियां अते रात नूं हटियां दी छत ते कीर्तन अते कथा होंदी रही। संगतां उस विच शामिल हो के अपने आप नूं सुभागी बनांदियां रहियां। एक दिन भाई दीदार सिंह रागी, जो पुचंगी जथे नूं कीर्तन करना सिखाउंदे सी, ने बेनती कीती, साहिब जीओ, अज दास नूं कीर्तन करन दा सुभाग बख्शो जी। तां साहिबा ने मुस्कुरा के फरमाया, संगतां नूं कीर्तन राही तुसी निहाल करो। साहिबा दा हुक्म पा के उसने कीर्तन करना आरंभ किया। कीर्तन करदियां उस श्री सतगुरु जी दा जस भी गायन किया। संगतां बहुत खुश होईयां। उपरंत संगतां दी बेनती परवान करके सतगुरां ने उसे शब्द दी कथा करन दी किरपा कीती। सोरठ महला तीजा कर पहला, सतगुर सुख सागर जग अंतर, होर थै सुख नाही,
हौ मैं जगत दुख रोग व्याप्या, मर जन्मै रोवै ताई। सतगुर सुख सागर जग अंतर होर थै सुख नाही। हौ मैं जगत दुख रोग व्याप्या, मर जन्मै होवै ताई। प्राणी सतगुर सेव सुख पाए, सतगुर सेवे तां सुख पावै। नाए ता जाएगा जन्म गवाए रहाओ। त्रै गुण तात बहु कर्म कमावै, हर रस साधना आया। संध्या तर्पण करे गायत्री, बिन बूझै दुख पाया। सतगुर सेवै सो वड पागी, जिसनो आप मिलाए। हर रस पी जन सदा तृप्ता से, विचों आप गवाए। एहो जग अंधा सब अंध कमावै, बिन गुर मग ना पाए। नानक सतगुर मिलै तां अखी वेखै, अंदर सच पाए। हे भाई, इस जगत विच सतगुर जी ही सुखां दा समुंदर है, भंडार है। हे भाई, इस जगत विच सतगुर जी ही सुखां दा समुंदर भंडार है। होर किथे थां तो सुख नहीं मिलता। हौमै रूपी दुख रोग जगत विच व्याप्या होया है। इसे करके जीव मरदा अते जन्मदा है अते टाई मार के रोंदा है। हे पुरुषा, सतगुर जी की सेवा करके तो सुख पाएगा। जहाँ सतगुर जी की सेवा करेगा तां ही सुख पाएगा, नहीं तो मनुखा जन्म निष्फल गुआ जाएगा। जीव तिना गुणा रजो सतो तमो विच भटकदा होया हर प्रकार दे कर्म करदा है। इस करके उसनों हर रस दा स्वाद नहीं आउंदा। भावें वो संध्या, प्रार्थना, तर्पण, पितरां नूं जल अर्पण करना, तपस्या अते गायत्री दा पाठ भी करदा है, पर इन्हां दे भाव अर्थां नूं समझे बिना दुख ही दुख प्राप्त करदा है। जिसनों प्रभु आप सतगुरां नाल मिलाउंदा है, ओ ही वडभागी पुरुष सतगुरां नूं सिमरदा है। गुरमुख जन हर नाम रस पी के अते हिरदे विचों आपा जां हंकार नूं मिटा के सदा ही रजे रहंदे हन। ए अन्ने जग दा जीव सारे मंदे कर्म कमाउंदा है। ए अन्ने जग दा जीव सारे मंदे कर्म कमाउंदा है। गुरु तो बिना प्रभु दी प्राप्ति दे रस्ते नूं नहीं पाउंदा। गुरु तो बिना प्रभु दी प्राप्ति दे रस्ते नूं नहीं पाउंदा। गुरु अमरदास जी कथन करते हैं, जे पूरे सतगुरु मिल जाण तां मनुख ज्ञान रूपी अखां नाल उसनूं वेख लैंदा है अते हिरदे रूपी घर दे अंदर ही सच स्वरूप परमात्मा नूं पा लैंदा है। फिर सतगुरु भगवान दास जी ने कथा दा भोग पाया अते फरमाया, साध संगत जीओ, कल सवेरे
ਅਸਾਂ ਕੈਮਲਪੁਰ ਵਾਪਸ ਜਾਣਾ ਹੈ ਅਤੇ ਪੌਣ ਲੈਣ ਵਾਸਤੇ ਜਲਦੀ ਹੀ ਮਨੇਰੀ ਆਵਾਂਗੇ। ਮੱਝੀਆਂ ਕੈਮਲਪੁਰ ਪਹੁੰਚਾ ਦੇਣੀਆਂ। ਅਰਦਾਸ ਤੋਂ ਉਪਰੰਤ ਸੰਗਤਾਂ ਆਪੋ ਆਪਣੇ ਘਰਾਂ ਨੂੰ ਗਈਆਂ। ਕੁਝ ਕੁ ਸੰਗਤ ਨੇ ਸਾਹਿਬਾਂ ਦੇ ਚਰਨਾਂ ਵਿੱਚ ਰਹਿ ਕੇ ਵਿਸਰਾਮ ਕੀਤਾ। ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਤਾ। ਫਿਰ ਟਾਂਗੇ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਜਹਾਂਗੀਰਾ ਸਟੇਸ਼ਨ ਤੋਂ ਸਤਿਗੁਰ ਜੀ ਅਤੇ ਕੁਝ ਮਨੇਰੀ ਦੀ ਸੰਗਤ ਰੇਲ ਗੱਡੀ 'ਤੇ ਕੈਮਲਪੁਰ ਗਈ ਤੇ ਫਿਰ ਮਨੇਰੀ ਸੁਆਬੀ ਦੇ ਸਿੱਖ ਵਾਪਸ ਆਏ ਅਤੇ ਆਪਸ ਵਿੱਚ ਸਲਾਹ ਕੀਤੀ ਕਿ ਕੌਣ ਮੱਝੀਆਂ ਨੂੰ ਪਹੁੰਚਾਉਣ ਲਈ ਜਾਏਗਾ। ਉਸ ਸਮੇਂ ਲਾਲਾ ਤੇਜਾ ਰਾਮ, ਹਰੀ ਸਿੰਘ ਲੁੰਗਾਣੀ, ਕਰਮਚੰਦ ਡੰਗ, ਭਗਤ ਰਾਮਦਾਸ, ਦਾਤਾ ਰਾਮ ਅਤੇ ਫਕੀਰ ਚੰਦ ਵਤਰਾ ਤਿਆਰ ਹੋ ਗਏ। ਦੂਜੇ ਦਿਨ ਇਹ ਸਾਰੇ ਸੇਵਕ ਮੱਝਾਂ ਲੈ ਕੇ ਕੈਮਲਪੁਰ ਵੱਲ ਟੁਰ ਗਏ। ਉਹਨਾਂ ਦਾ ਇਹੀ ਵਿਚਾਰ ਸੀ ਕਿ ਦੀਵਾਲੀ ਕੈਮਲਪੁਰ ਹੀ ਜਾ ਕੇ ਮਨਾਈ ਜਾਏ, ਪਰ ਕਟੜੂ ਦੇ ਛੋਟਾ ਹੋਣ ਕਰਕੇ ਅਤੇ ਦੂਜੀ ਮੱਝ ਦੇ ਗੱਭਣ ਹੋਣ ਕਰਕੇ ਹੌਲੀ ਚੱਲਣ 'ਤੇ ਉਹਨਾਂ ਨੂੰ ਮਜਬੂਰ ਹੋਣਾ ਪਿਆ ਅਤੇ ਜਦੋਂ ਦੀਵਾਲੀ ਵਾਲੇ ਦਿਨ ਕੈਮਲਪੁਰ ਪਹੁੰਚਣ ਦੀ ਆਸ ਨਾ ਰਹੀ ਅਤੇ ਜਦੋਂ ਦੀਵਾਲੀ ਵਾਲੇ ਦਿਨ ਕੈਮਲਪੁਰ ਪਹੁੰਚਣ ਦੀ ਆਸ ਨਾ ਰਹੀ ਤਾਂ ਉਹਨਾਂ ਆਪਸ ਵਿੱਚ ਸਲਾਹ ਕੀਤੀ ਕਿ ਇੱਕ ਬੰਦਾ ਕੈਮਲਪੁਰ ਜਾ ਕੇ ਸਾਹਿਬਾਂ ਨੂੰ ਦੱਸ ਆਏ ਕਿ ਅਸੀਂ ਖੈਰਾਬਾਦ ਤੋਂ ਤੁਰ ਕੇ ਮਲਾਹਾ ਪਿੰਡ ਰਾਤ ਗੁਜ਼ਾਰਾਂਗੇ ਅਤੇ ਦੂਜੇ ਦਿਨ ਉੱਥੋਂ ਸਵੇਰੇ ਚੱਲਾਂਗੇ। ਇਹ ਸੁਣ ਕੇ ਲਾਲਾ ਤੇਜਾ ਰਾਮ ਨੇ ਕਿਹਾ, ਮੈਂ ਜਾ ਕੇ ਸਾਹਿਬਾਂ ਦੇ ਚਰਨਾਂ ਵਿੱਚ ਇਹ ਗੱਲ ਅਰਜ਼ ਕਰ ਆਉਂਦਾ ਹਾਂ। ਲਾਲਾ ਤੇਜਾ ਰਾਮ ਕੈਮਲਪੁਰ ਤੁਰ ਪਏ। ਇੱਧਰ ਬਾਕੀ ਸਾਰੇ ਮੱਝਾਂ ਲੈ ਕੇ ਪਿੰਡੋਂ ਬਾਹਰ ਠਹਿਰ ਗਏ। ਰਾਤ ਹਨੇਰੀ ਸੀ, ਜਗ੍ਹਾ ਵੀਰਾਨ ਸੀ। ਇਹ ਵੇਖ ਕੇ ਦਾਤਾ ਰਾਮ ਬੋਲਿਆ, ਅੱਜ ਦੀਵਾਲੀ ਦੀ ਰਾਤ ਹੈ। ਦਾਤੇ ਦੇ ਚੋਜ ਹਨ ਕਿ ਸਾਡੀ ਦੀਵਾਲੀ ਨਾ ਤਾਂ ਘਰ ਆਈ ਅਤੇ ਨਾ ਹੀ ਸਤਿਗੁਰਾਂ ਦੇ ਦੁਆਰੇ। ਹੁਣ ਅਸੀਂ ਇੱਥੇ ਬੈਠੇ ਸੋਚ ਰਹੇ ਹਾਂ ਕਿ ਜੇ ਘਰ ਹੁੰਦੇ ਤੇ ਦੀਵਾਲੀ ਤੇ ਮਿੱਠੇ ਚਾਵਲ ਤੇ ਮਠਿਆਈਆਂ ਛਕਦੇ ਹੁੰਦੇ। ਫਕੀਰ ਚੰਦ ਨੇ ਉਹਨਾਂ ਨੂੰ ਕਿਹਾ, ਭਰੋਸਾ ਰੱਖੋ ਭਾਈ ਦਾਤਾ ਰਾਮ ਜੀ, ਸਤਿਗੁਰ ਜੀ ਭਲੀ ਕਰਨਗੇ। ਫਕੀਰ ਚੰਦ ਨੇ ਉਸ ਨੂੰ ਕਿਹਾ, ਭਰੋਸਾ ਰੱਖੋ ਭਾਈ ਦਾਤਾ ਰਾਮ ਜੀ, ਸਤਿਗੁਰ ਜੀ ਭਲੀ ਕਰਨਗੇ। ਉਧਰ ਜਾਣੀ ਜਾਣ ਸਤਿਗੁਰ ਜੀ ਮਿੱਠੇ ਚੌਲ, ਪੂਰੀਆਂ ਅਤੇ ਸਬਜ਼ੀਆਂ ਆਦਿ ਤਿਆਰ ਕਰਵਾ ਰਹੇ ਸਨ। ਉਸੇ ਸਮੇਂ ਆ ਕੇ ਲਾਲਾ ਤੇਜਾ ਰਾਮ ਨੇ ਚਰਨਾਂ 'ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ, ਅਸੀਂ ਅੱਜ ਮੱਝੀਆਂ ਲੈ ਕੇ ਇੱਥੇ ਪੁੱਜ ਨਹੀਂ ਸਕੇ ਅਤੇ ਮੈਂ ਇਹ ਖਬਰ ਦੇਣ ਲਈ ਇੱਥੇ ਹਾਜ਼ਰ ਹੋਇਆ ਹਾਂ। ਇਹ ਸੁਣ ਕੇ ਸਤਿਗੁਰਾਂ ਨੇ ਹੁਕਮ ਕੀਤਾ, ਅੱਜ ਦੀਵਾਲੀ ਹੈ, ਲੰਗਰ ਤਿਆਰ ਹੈ, ਤੂੰ ਲੰਗਰ ਛਕ ਲੈ ਅਤੇ ਬਾਕੀਆਂ ਵਾਸਤੇ ਲੰਗਰ ਲੈ ਕੇ ਹੁਣੇ ਹੀ ਵਾਪਸ ਜਾਓ। ਜਦ ਤੇਜਾ ਰਾਮ ਲੰਗਰ ਛਕ ਰਿਹਾ ਸੀ ਤਾਂ ਸਤਿਗੁਰਾਂ ਨੇ ਪਾਸ ਬੈਠੇ ਤਾਰਾ ਚੰਦ ਨੂੰ ਤਾਂਗਾ ਲਿਆਉਣ ਲਈ ਕਿਹਾ। ਲਾਲਾ ਤੇਜਾ ਰਾਮ ਨੇ ਲੰਗਰ ਛਕਿਆ ਅਤੇ ਉਹਨਾਂ ਵਾਸਤੇ ਲੰਗਰ ਅਤੇ ਮਠਿਆਈ ਆਦਿ ਲੈ ਕੇ
कैमलपुरों टांगे ते मलाहा पिंड वल टुर गया। संध्या समय मलाह ठहरे सिखा ने मज्जां नूं चारा पानी पा के रहराज साहिब दा पाठ कर लिया। ਤਾਂ ਫਿਰ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਅੱਜ ਮੱਸਿਆ ਦੀ ਰਾਤ ਹੈ ਅਤੇ ਦੀਵਾਲੀ ਦੀ ਵੀ। ਲੋਕੀ ਆਪੋ ਆਪਣੇ ਘਰਾਂ ਵਿੱਚ ਦੀਵੇ ਬਾਲ ਕੇ ਚੰਗੇ ਚੰਗੇ ਭੋਜਨ ਖਾ ਰਹੇ ਹੋਣਗੇ। ਅਸੀਂ ਅਜੇ ਤੱਕ ਕੁਝ ਵੀ ਨਹੀਂ ਬਣਾਇਆ। ਅਜੇ ਇਹ ਗੱਲ ਹੋ ਹੀ ਰਹੀ ਸੀ ਕਿ ਉਹਨਾਂ ਨੇ ਸਾਹਮਣੇ ਤਾਰਿਆਂ ਦੀ ਲੋਹ ਵਿੱਚ ਟਾਂਗਾ ਆਉਂਦਾ ਤੱਕਿਆ। ਨੇੜੇ ਆਣ 'ਤੇ ਵੇਖਿਆ ਤਾਂ ਉਸ ਟਾਂਗੇ 'ਤੇ ਲਾਲਾ ਤੇਜਾ ਰਾਮ ਸੀ। ਗਠੜੀ ਥੱਲੇ ਲਾ ਕੇ ਉਹਨਾਂ ਪੁੱਛਿਆ, ਇਹ ਕੀ ਲਿਆਇਓ? ਉਸਨੇ ਜਵਾਬ ਦਿੱਤਾ, ਮੇਰੇ ਜਾਣ ਤੋਂ ਪਹਿਲਾਂ ਹੀ ਜਾਣੀ ਜਾਣ ਸਤਿਗੁਰ ਜੀ ਨੇ ਲੰਗਰ ਤਿਆਰ ਕਰਵਾਇਆ ਹੋਇਆ ਸੀ। ਮੈਨੂੰ ਲੰਗਰ ਛਕਾ ਕੇ ਤੇ ਫਿਰ ਇਹ ਲੰਗਰ ਦੇ ਕੇ ਮੈਨੂੰ ਤੁਹਾਡੇ ਪਾਸ ਵਾਪਸ ਭੇਜ ਦਿੱਤਾ। ਜਦ ਪੋਟਲੀ ਖੋਲੀ ਗਈ ਤਾਂ ਉਹਨਾਂ ਵੇਖਿਆ ਜੋ ਮਿੱਠੇ ਚਾਵਲ, ਪੂੜੀਆਂ, ਸਬਜ਼ੀ ਅਤੇ ਹੋਰ ਕਈ ਪ੍ਰਕਾਰ ਦੇ ਪਕਵਾਨ ਅਤੇ ਮਿਠਾਈਆਂ ਸਨ। ਇਹ ਵੇਖ ਕੇ ਭਾਈ ਹਰੀ ਸਿੰਘ ਲੋਂਗਾਣੀ ਅਤੇ ਭਾਈ ਫਕੀਰ ਚੰਦ ਬਤਰਾ ਦੇ ਨੇਤਰਾਂ ਤੋਂ ਜਲ ਵਹਿ ਤੁਰਿਆ। ਫਿਰ ਉਹਨਾਂ ਭਾਈ ਦਾਤਾ ਰਾਮ ਨੂੰ ਕਿਹਾ, ਤੁਧ ਮਿੱਠੇ ਚਾਵਲ ਅਤੇ ਮਿਠਾਈ ਮੰਗੀ ਸੀ, ਪਰ ਸਾਹਿਬਾਂ ਨੇ ਚਾਵਲ ਅਤੇ ਮਿਠਾਈ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਕਵਾਨ ਭੇਜ ਦਿੱਤੇ ਹਨ। ਤੇਰੀ ਮੰਗ ਪੂਰੀ ਹੋਈ ਹੈ। ਉਸ ਘੜੀ ਤੂੰ ਜੋ ਵੀ ਮੰਗਦਾ ਤੈਨੂੰ ਮਿਲ ਜਾਂਦਾ। ਉਹਨਾਂ ਨੇ ਫਿਰ ਹੱਥ ਮੂੰਹ ਧੋ ਕੇ ਮਿਲ ਕੇ ਸਾਰਿਆਂ ਨੇ ਭੋਜਨ ਕੀਤਾ ਅਤੇ ਰਾਤ ਆਰਾਮ ਕਰਕੇ ਸਵੇਰੇ 4 ਵਜੇ ਕੈਮਲਪੁਰ ਵੱਲ ਤੁਰ ਪਏ। ਸ਼ਾਮ ਨੂੰ ਕੈਮਲਪੁਰ ਪੁੱਜ ਗਏ। ਮੱਝੀਆਂ ਨੂੰ ਕਿਲਿਆਂ ਨਾਲ ਬੰਨ੍ਹਿਆ ਅਤੇ ਫਿਰ ਸਾਹਿਬਾਂ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਿਆ। ਉੱਥੇ ਮੌਜੂਦ ਸੇਵਕ ਲਾਲ ਚੰਦ, ਸ੍ਰੀ ਰਾਮ ਆਦਿ ਨੂੰ ਸਤਿਗੁਰਾਂ ਹੁਕਮ ਕੀਤਾ, ਮੱਝਾਂ ਨੂੰ ਪਾਣੀ ਪਿਆਓ ਅਤੇ ਉਹਨਾਂ ਅੱਗੇ ਚਾਰਾ ਵੀ ਪਾਓ। ਇਹ ਹੁਕਮ ਪਾ ਕੇ ਉਹ ਮੱਝਾਂ ਦੀ ਸੇਵਾ ਵਿੱਚ ਲੱਗ ਗਏ। ਮੱਝਾਂ ਨਾਲ ਆਏ ਸੇਵਕਾਂ ਨੂੰ ਸਤਿਗੁਰਾਂ ਨੇ ਆਪਣੇ ਪਾਸ ਬਿਠਾ ਕੇ ਪੁੱਛਿਆ, ਰਾਹ ਵਿੱਚ ਕੋਈ ਤਕਲੀਫ ਤਾਂ ਨਹੀਂ ਹੋਈ? ਉਹਨਾਂ ਸੇਵਕਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਾਹਿਬ ਜੀਓ, ਜਿਨ੍ਹਾਂ ਦੇ ਅੰਗ ਸੰਗ ਆਪ ਪੂਰੇ ਸਤਿਗੁਰ ਹੋਣ, ਉਹਨਾਂ ਨੂੰ ਕੀ ਤਕਲੀਫ ਹੋ ਸਕਦੀ ਹੈ? ਫਿਰ ਸਤਿਗੁਰਾਂ ਨੇ ਉਹਨਾਂ ਸੇਵਕਾਂ ਨੂੰ ਹੁਕਮ ਕੀਤਾ, ਲੰਗਰ ਤਿਆਰ ਹੈ, ਛਕ ਲਓ। ਸਾਹਿਬਾਂ ਨੇ ਉਹਨਾਂ ਨੂੰ ਆਪਣੇ ਪਾਸ ਹੀ ਬਿਠਾ ਕੇ ਲੰਗਰ ਛਕਾਇਆ। ਤਾਂ ਇਹ ਸੇਵਕ ਕਹਿਣ ਲੱਗੇ, ਸਾਹਿਬ ਜੀਓ, ਆਪ ਜੀ ਨੇ ਜੰਗਲ ਵਿੱਚ ਸਾਡੇ ਲਈ ਭੋਜਨ ਭਿਜਵਾ ਕੇ ਭਾਈ ਦਾਤਾ ਰਾਮ ਦੀ ਮਨੋਕਾਮਨਾ ਪੂਰੀ ਕੀਤੀ ਹੈ। ਸਾਹਿਬਾਂ ਨੇ ਲਾਲ ਚੰਦ ਨੂੰ ਇਹਨਾਂ ਸੇਵਕਾਂ ਲਈ ਬਿਸਤਰੇ ਵਿਛਾਉਣ ਦੀ ਆਗਿਆ ਕੀਤੀ ਅਤੇ ਫਿਰ ਇਹਨਾਂ ਸੇਵਕਾਂ ਨੇ ਰਾਤ ਭਰ ਆਰਾਮ ਕੀਤਾ। ਸਵੇਰੇ ਇਸ਼ਨਾਨ ਕਰਕੇ ਇਹ ਸੇਵਕ ਗੁਰਦੁਆਰੇ ਗਏ, ਕੀਰਤਨ ਸਰਵਨ ਕੀਤਾ। ਕੀਰਤਨ ਉਪਰੰਤ ਇਸ ਸ਼ਬਦ ਦੀ ਕਥਾ ਸਾਹਿਬਾਂ ਨੇ ਕੀਤੀ। ਮਾਝ महला पंजवा। सब किछ कर मैं बाहर नाही, बाहर टोलै सो परम पुलाए। गुर प्रसाद जिने अंतर पाया, सो अंतर बाहर सुहेला जियो।
चिम चिम बरसै अमृत तारा, मन पीवै सुन शब्द विचारा। अनद विनोद करे दिन राती, सदा सदा हर केला जियो। जन्म जन्म का विछड़िया मिलिया, साध कृपा ते सूका हरिया। सुमत पाए नाम त्याए, गुरमुख होए मेला जियो। जल तरंग ज्यों जल समाया, त्यों ज्योति संग ज्योत मिलाया। कहो नानक प्रम कटे किवाड़ा, बोहड़ ना होइए ज्वाला जियो। सतगुरां फरमाया, सब कुछ मनुख दे मन अंदर ही है, बाहर कुछ नहीं। जो मनुख मन तो बाहर ढूंढदा है, वो परम विच भुलिया फिरदा है। गुरां दी किरपा नाल जिसने हिरदे अंदरों पाया है, वो अंदर बाहर सुखी रहंदा है। ਜਿਹੜੇ ਭਜਨ ਕਰਦੇ ਹਨ, ਉਹਨਾਂ ਦੇ ਅੰਦਰ ਛਮਾ ਛਮ ਮਧਮ ਮਧਮ ਆਵਾਜ਼ ਨਾਲ ਨਾਮ ਰੂਪੀ ਅੰਮ੍ਰਿਤ ਦੀ ਤਾਰਾ ਵਸਦੀ ਰਹਿੰਦੀ ਹੈ। ਪਰ ਇਸ ਅੰਮ੍ਰਿਤ ਨੂੰ ਉਹ ਹੀ ਪੀਂਦੇ ਹਨ ਜੋ ਪਹਿਲੇ ਗੁਰ ਸ਼ਬਦ ਨੂੰ ਸੁਣਦੇ ਹਨ, ਮਨਨ ਕਰਦੇ ਅਤੇ ਵਿਚਾਰ ਕਰਦੇ ਹਨ। ਅਜਿਹੇ ਅਭਿਲਾਸ਼ੀ ਪੁਰਸ਼ ਹੀ ਹਰ ਦੇ ਕੌਤਕਾਂ ਨੂੰ ਵੇਖ ਕੇ ਖੁਸ਼ੀਆਂ ਅਤੇ ਆਨੰਦ ਲੈਂਦੇ ਹਨ, ਕਿਉਂਕਿ ਉਹ ਪੁਰਸ਼ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਹੁੰਦੇ ਹਨ। ਉਹ ਪ੍ਰਭੂ ਨੂੰ ਆਪਣੇ ਸਦ ਕਰਮਾਂ ਨਾਲ ਪਾ ਲੈਂਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸੁੱਕੇ ਵੀ ਹਰੇ ਹੋ ਜਾਂਦੇ ਹਨ। ਜਿਨ੍ਹਾਂ ਦੇ ਅੰਦਰ ਗੁਰੂ ਦੀ ਮੱਤ ਲੈ ਕੇ, ਜਿਨ੍ਹਾਂ ਨੇ ਅੰਦਰ ਗੁਰੂ ਦੀ ਮੱਤ ਲੈ ਕੇ ਨਾਮ ਨੂੰ ਧਿਆਇਆ ਹੈ, ਉਹਨਾਂ ਗੁਰਮੁਖਾਂ ਦਾ ਮੇਲ ਪ੍ਰਭੂ ਨਾਲ ਹੋਇਆ ਹੈ। ਜਿਵੇਂ ਪਾਣੀ ਦੇ ਬੁਲਬੁਲੇ ਪਾਣੀ ਦੇ ਵਿੱਚ ਸਮਾ ਜਾਂਦੇ ਹਨ, ਤਿਵੇਂ ਹੀ ਪਰਮਾਤਮਾ ਦੀ ਜੋਤ ਨਾਲ ਗੁਰਮੁਖਾਂ ਨੇ ਆਪਣੀ ਜੋਤ ਮਿਲਾਇਆ ਹੈ, ਆਪਣੀ ਜੋਤ ਨੂੰ ਮਿਲਾਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਜਿਨ੍ਹਾਂ ਨੇ ਪਰਮਾ ਰੂਪੀ ਪਰਦੇ ਕਿਵਾੜ ਦੂਰ ਕਰ ਦਿੱਤੇ ਹਨ, ਉਹ ਫਿਰ ਪਰਮਾਤਮਾ ਤੋਂ ਜੁਦਾ ਨਹੀਂ ਹੁੰਦੇ। ਜਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਕਥਾ ਦਾ ਭੋਗ ਪਾਇਆ ਤਾਂ ਅਰਦਾਸ ਹੋਈ ਅਤੇ ਪ੍ਰਸ਼ਾਦ ਵਰਤਾਇਆ ਗਿਆ। ਸ਼ਹਿਰ ਦੀ ਸੰਗਤ ਆਪੋ ਆਪਣੇ ਘਰੀ ਗਈ। ਪਾਰ ਦੀ ਸੰਗਤ ਸਾਹਿਬਾਂ ਨਾਲ ਡੇਰੇ 'ਤੇ ਆਈ। ਸੰਗਤ ਨੇ ਜਲ ਪਾਨ ਕੀਤਾ ਅਤੇ ਸਾਹਿਬਾਂ ਦੇ ਮੁਖਾਰ ਬਿੰਦ ਤੋਂ ਬਚਨ ਸੁਣੇ। ਇਤਨੇ ਨੂੰ ਲੰਗਰ ਤਿਆਰ ਹੋ ਗਿਆ ਤਾਂ ਸਤਿਗੁਰਾਂ ਨੇ ਲੰਗਰ ਛਕਣ ਦਾ ਹੁਕਮ ਕੀਤਾ। ਲੰਗਰ ਛਕ ਕੇ ਸੰਗਤ ਸਾਹਿਬਾਂ ਤੋਂ ਆਗਿਆ ਮੰਗੀ ਅਤੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਪੋ ਆਪਣੇ ਪਿੰਡਾਂ ਨੂੰ ਤੁਰ ਪਏ। ਰਾਹ ਵਿੱਚ ਇਹ ਗੁਰਪਾਈ ਸਤਿਗੁਰੂ ਜੀ ਦੇ ਬਚਨਾਂ ਨੂੰ ਦੁਹਰਾਉਂਦੇ ਰਹੇ ਅਤੇ ਇਹਨਾਂ ਉੱਤੇ ਅਮਲ ਕਰਨ ਦੀ ਪੱਕੀ ਚੇਸ਼ਟਾ ਕਰਦੇ ਕਰਦੇ ਆਪੋ ਆਪਣੇ ਟਿਕਾਣੇ ਪੁੱਜ ਗਏ। ਰਾਹ ਵਿੱਚ ਇਹ ਗੁਰਪਾਈ ਸਤਿਗੁਰੂ ਜੀ ਦੇ ਬਚਨਾਂ ਨੂੰ ਦੁਹਰਾਉਂਦੇ ਰਹੇ ਅਤੇ ਇਹਨਾਂ ਉੱਤੇ ਅਮਲ ਕਰਨ ਦੀ ਪੱਕੀ ਚੇਸ਼ਟਾ ਕਰਦੇ ਕਰਦੇ ਆਪੋ ਆਪਣੇ ਟਿਕਾਣੇ ਜਾ ਪੁੱਜੇ। ਸਾਖੀ ਪੂਰੀ ਹੋਈ।
राम कली महला तीजा आनंद एक ओंकार सतगुर प्रसाद आनंद पिया मेरी माए सतगुरु मैं पाया सतगुर ता पाया तैसित मन वजिया वदाइया राग रतन परवार परियां सबद कामण आय शब्दोट गावो हरि केरा मन जिने वसाया कहे नानक आनंदयो सतगुरु मैं पाया ए मन मेरे तू सदारो हर नाल रो तू मन में दुख सब वितारना अंगीकारो करे तेरा कार्य सब सवार सब नागना समरत स्वामी तो क्यों मनो वितारे कहे नानक मन में सतारो नाले साचे साहेबा क्या नहीं करते रे करता तेरे सब कुछ है जिसदे सो पावे सदा सिर सहलाते नाम मन वसावे नाम जिनके मन वस्या वाजे शब्द कनेरे कहे नानक सच्चे साच क्या नहीं करते रे साचा नाम मेरा आधारो सच नाम आधार मेरा जिन भुखा सब गवाई कर शांत सुख मन आय वत्या जिन इच्छा सब पूजा सदा कुर्बान की ठाकुर बेटो जिसदियां वड्याई कहे नानक सोनो संतो सब तरो प्यार साचा नाम मेरा आधारो वाजे पंच शब्द कार सभा के सबट वाजे कला जित कर्म पाइन दो तुद वात की काल कंटक मारे तुर करम पाया तो जन को ते नाम यार के लागे कहे नानक तै सुखयो जित कर अनयत वाजे अनंत ने वड भागियो सगल मनोरथ पूरे पार ब्रह्म पाया उतरे सगल वसूरे दुख रोग संताप उतरे सोनी सच्ची बात शांत साजन पै तरते पूरे गुरते जान सुनते पुनित कहते पवित्र सतगुर रया प्रभु बिन वंदना ने गोचरण लाग वाजे आने तुरे चलो पवन गुरु पानी पिता माता तरत मात देव सरा दो दाई दाई खेल सगल जगत चंगिया या बोरिया वाच कर्मी आपो अपनी के नेड़े के दूर जिन्नी नानक ते मुखो जले केती छुटी न जिन्नी नाम ते आया गए मस्कत का हाल नानक ते मुख उजले केती छुटी नाल तो दे आगे आए दास हमारी जियो पिंड सब तेरा प्यारिया कहो नानक सब तेरी वडिया ही कोई नाम न जाने मेरा सतगुरु नानक ताप तेरी वड्याई नानक मेरा सतगुरु एक ओंकार सतगुर प्रसाद अरदास तुझ आगे अरदास हमारे जियो पिंड सब तेरा को नानक सब तेरी वड्याई कोई नाम न जाने मेरा आद निरंकार जी सिमर कै गुरु नानक ले ध्याए फिरंगा ते गुरु अमरदास रामदास ते होए सहाय अर्जन हर गोविंदन सिमरो श्री हर राय श्री हर कृष्ण ते आइए जे डिठे तब दुख जाए एक बात सिमरिया घर नो नित आवे ताए सब थाई होना ताए 10वें पातशाह श्री गुरु गोबिंद सिंह जी महाराज सब थाई होना ताए धन धन साहब श्री ग्रंथ साहब जी आप जी की महिमा कही न जाए धन धन सतगुरु बालक सिंह साहब जी चा तंदा मार्ग दिया बताए धन धन सतगुरु संता साहब जियो सतगुरु राम सिंह साहब जी चा नाम दिया वर्ताए
ਧੰਨ ਧੰਨ ਸਤਿਗੁਰੂ ਨੈਣ ਦਾਸ ਸਾਹਿਬ ਜੀ ਜਿਨ ਜਮ ਤੋਂ ਲਿਆ ਛੁਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ ਜਿਨ ਚਰਨੇ ਲਿਆ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀ ਜੋ ਅੰਤੇ ਹੋਏ ਸਹਾਏ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ ਜੋ ਅੰਗ ਸੰਗ ਹੋਏ ਸਹਾਏ। ਅੰਤਰਜਾਮੀ ਸਤਿਗੁਰ ਜੋ ਹਾਜ਼ਰਾ ਹਜ਼ੂਰੋ ਜਾਰਾ ਜੋਹਰੋ ਸਰਬ ਕਲਾ ਤਾ ਪੂਰਨੋ ਪਾਤਸ਼ਾਹ ਜੀਓ ਇਸ ਵਕਤ ਆਪ ਬਖਸ਼ੇ ਕੇ ਰਹਿਮਤ ਕਰਿਓ। ਅੰਮ੍ਰਿਤ ਤੋਂ ਲੈ ਕੇ ਹੁਣ ਤੱਕ ਆਪਣੇ ਸੋਹਣੇ ਦਰਬਾਰ ਤੇ ਜਾ ਕੇ ਸਰਬੱਤ ਸਾਧ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਿਓ। ਆਪ ਜੀ ਦਾ ਕੋਟੰਗ ਧੰਨਵਾਦ ਹੈ। ਆਪ ਜੀ ਦੇ ਭਾਣੇ ਅੰਦਰ 4 ਪੈ ਰਾਤ ਸੁਖ ਔਰ ਕਾਂਟਾ ਬੀਤ ਹੋਈ ਹੈ। ਆਪ ਜੀ ਦੇ ਭਾਣੇ ਅੰਦਰ 4 ਪੈ ਦਿਨ ਆਇਆ ਹੈ। ਆਪ ਜੀ ਨੂੰ ਭਾਵੇ ਸੁਖ ਔਰ ਸ਼ਾਂਤੀ ਗੁਜ਼ਾਰਨੀ, ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਕਿਰਪਾ ਕਰਨੀ, ਤਰਸ ਕਰਨੀ, ਦਇਆ ਕਰਨੀ, ਨਾਨਕ ਨਦਰੀ ਨਦਰ ਨਿਹਾਲ ਕਰਨੀ। ਅਸੀਂ ਕਲ ਯੁਗ ਜੀਵਾਂ ਖਿਨ ਖਿਨ ਪੂਰਣੇ ਆਹਾਰਾਂ ਰੋਮ ਰੋਮ ਗੁਨਾਹਗਾਰਾਂ। ਨਾ ਭੁੱਲੀ ਨਾ ਭੁਲਾਵੀਂ ਨਾ ਵਿਸਰੀ ਨਾ ਵਿਤਾਰੀ। ਉਹ ਕੰਮ ਕਰਵਾਣੇ ਜੋ ਆਪ ਜੀ ਨੂੰ ਭਾਵਣ, ਉਹ ਕੰਮ ਨਾ ਕਵਾਣੇ ਜੋ ਆਪ ਤੋਂ ਬੇਮੁਖ ਹੋਣ। ਅੰਤਰਜਾਮੀ ਸਤਿਗੁਰ ਜੀਓ ਆਪ ਜੀ ਨੇ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ। ਹੋ ਮੂਰਖ ਕਾਰੇ ਲਾਹੀਆ ਨਾਨਕ ਹਰ ਕੰਮੇ ਪਾਤਸ਼ਾਹ ਜੀਓ ਅੰਮ੍ਰਿਤ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਸੋਹਣੇ ਸੱਚਖੰਡ ਦਰਬਾਰ ਅੰਦਰ ਦੀਵਾਨ ਸਜੇ ਹਨ। ਸਜੇ ਦੀਵਾਨ ਅੰਦਰ ਜਪ ਪ੍ਰਯੋਗ ਨੂੰ ਮੁੱਖ ਰੱਖਦੇ ਹੋਏ ਨਿਤਨੇਮ ਵਰਨੀ ਸਾਹਿਬ ਜੀ ਹੋਏ ਹਨ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ, ਜਿਨੇ ਤੁਹਾਨੂੰ ਧਨ ਕਿਹਾ ਤੇ ਨਮਨੇੜ ਨਾ ਆਇਆ। ਗੁਰਦੇਵਾਂ ਦੇ ਪਾਠ ਹੋਏ ਹਨ, ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ ਆਪ ਜੀ ਦਾ ਜੀਵਨ ਚਰਿਤ ਗੁਰ ਇਤਿਹਾਸ ਹੋਇਆ ਹੈ। ਆਨੰਦ ਸਾਹਿਬ 6 ਪੌੜੀਆਂ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ, ਬਾਣੀ ਸੁਣਦਿਆਂ ਹੋਇਆਂ ਬੱਚਿਆਂ ਸੇਵਕਾਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤੇ ਬੇਅਦਬੀਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਅੱਗੋਂ ਤੋਂ ਸਮਤ ਬਖਣੀ, ਸ਼ੁੱਧ ਬਾਣੀ ਪੜ੍ਹਨ ਦੀ ਬਲ ਉਦਮ ਉਤਸ਼ਾਹ ਤੇ ਪਿਆਰ ਬਖਣਾ। ਆਈ ਹੋਈ ਸਰਬੱਤ ਸਾਧ ਸੰਗਤ ਦੇ ਕਾਰਜ ਰਾਜ ਕਰਨੇ, ਕਦਮ ਲੇਖੇ ਲਾਵਣੇ, ਗਾਵਿਆ ਸੁਣਿਆ ਥਾਂ ਪਾਉਣਾ। ਸਾਹਿਬ ਜੀਓ ਅਰਦਾਸ ਤੇ ਬੇਨਤੀ ਹੈ, ਆਪ ਜੀ ਦਾ ਮਹਾਨ ਫਰਮਾਨ ਹੈ। ਸਤਿਗੁਰੂ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਅਰ ਸ਼ੋਭਾ। ਚਿੰਤਾ ਲਾਇ ਹਮਾਰੀ ਰਹਾਓ ਅਵਰ ਨ ਤੁਜੈ ਦੂਜੀ ਠਾਇਰ। ਹਾਰ ਪਰੋ ਤੋ ਦੁਆਰੇ ਲੇਖਾ ਛੋੜ ਅਲੇਖਾ ਛੂਟੈ। ਆਮ ਨਿਰਗੁਣ ਲਿਓ ਉਬਾਰੀ। ਸਤ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਠੈ ਪਰਿਓ ਰਾਖ ਲਿਓ ਇਹੋ ਬਾਰੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਤੋਈ ਦੇਵੈ। ਨਾਨਕ ਦਾਸ ਮੁਕਤੇ ਜੋ ਬੋਲੈ ਇਆਂ ਉਆਂ ਸੱਚ ਹੋਵੈ। ਸ਼ਬਦ ਨੂੰ ਮੁਖ ਦੇ ਪਾਤਸ਼ਾਹ ਜੀਓ ਜੋ ਜੋ ਮਾਈ ਭਾਈ ਆਪ ਜੀ ਦੇ ਸੋਹਣੇ ਸੱਚਖੰਡ ਦਰਬਾਰ ਅੰਦਰ ਅਰਦਾਸਾਂ ਤੇ ਬੇਨਤੀਆਂ ਕਰ ਰਹੇ ਹਨ। ਸਰਬੱਤ ਸਾਧ ਸੰਗਤ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ। ਸਰਬੱਤ ਸਾਧ ਸੰਗਤ ਨੂੰ ਨਾਮ ਦਾਨ ਇਸ਼ਨਾਨ ਚਾਪ ਦਾਰ ਬਣ ਕੇ ਆਦੀਆਂ ਬਿਆਦੀਆਂ ਉਪਾਜ ਬਚਾ ਕੇ ਚਰਨਾਂ ਦਾ ਪਿਆਰ ਬਖਣਾ। ਸਾਧ ਸੰਗਤ ਦੀ ਸੇਵਾ ਬਖਣੀ। ਮਨ ਨੀਵਾ ਮਤ ਉੱਚੀ ਬਖਣੀ। ਮਿਹਰ ਭਰਿਆ ਹੱਥ ਟਕਣਾ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ ਆਪ ਜੀ ਦੀ ਬਖਸ਼ਿਸ਼ ਰਹਿਮਤ ਕਿਰਪਾ ਹੋ ਰਹੀ ਹੈ। ਪਾਤਸ਼ਾਹ ਜੀਓ ਜੋ ਆਪ ਜੀ ਨੇ 40 ਦਿਨ ਦਾ ਸੰਤ ਸਮਾਗਮ ਮਹਾਯਗ ਦੀ ਦਾਤ ਬਖਸ਼ੀ ਹੈ। ਆਪ ਜੀ ਦਾ ਕੋਟਨ ਧੰਨਵਾਦ ਹੈ। ਹੁਣ ਤਾਂ ਬਖਸ਼ਾਂ ਤੇ ਰਹਿਮਤਾਂ ਕਰਿਓ। ਬਾਕੀ ਸਮੇਂ ਵੀ ਕਿਰਪਾ ਕਰਨੀ। ਸਰਬੱਤ ਸਾਧ ਸੰਗਤ ਝੋਲੀ ਆੜ ਕੇ ਆਪ ਤੋਂ ਦਾਤ ਮੰਗ ਰਿਹਾ ਹੈ। ਸਦਾ ਵਾਸਤੇ ਆਪਣੇ ਸੋਹਣ ਦਰਬਾਰ ਦੀ ਹਾਜ਼ਰੀ ਬਖਸ਼ਣੀ। ਗੁਰਸਿੱਖੀ ਜੀਵਨ ਚਰਨਾਂ ਦਾ ਪਿਆਰ ਸਾਧ ਸੰਗਤ ਦੀ ਸੇਵਾ ਹਰ ਪ੍ਰਕਾਰ ਦੀਆਂ ਸਦਾ ਵਾਸਤੇ
खुशियां दी दात मंगनी पातशाह जीओ धन धन सतगुर भगवान दास जीओ आप तो आग्या लैके अंमृत वेले आप जी दे सोहणे स्वरूप पोती साहब जी का प्रकाश होया सी उपरंत आप जी का जीवन गुर इतिहास होया। इस वक्त आप दे सोहणे स्वरूप पोती साहब की सेवा होएगी सुहारा साहब होएगा आज्ञा ते प्रवानगी बखनी बख्शिश करनी रहमत करनी मेहर परे हाथ के पातशाह जीओ अपनी सेवा आप जानी उपरंत आप अपने निज स्थान ते जान की कृपालता करनी परिवार नूं अते सर्वत साथां नूं सदा वास्ते खुशियां दी दात बच के मेहर परिया हाथ रखना उपरंत कीर्तन दरबार चढ़नगे आज्ञा ते प्रवानगी बखनी रागी चिंगा दे कंठ रसीले करने अपनी सेवा आप जाने अपने कार्य आप सवारने आप जी दे भरग जान चो कड़ाप चाह देगा हाजिर है आप जी रत्नी लायक होवे आप जी दा चीत प्रचार सबत साथ नते वरते सही सज्जन मिलने जिन्ना मिलिया आप जी दा सोना पवित्र नाम चेतावे श्री गुरु नानक नाम चढ़दी कला तेरे पाने सरबत का भला। बोले सो चरण साधे के अरब साधे को अपना जियो साधक तूड़ कर स्नान साध ऊपर जाइए कुर्बान साध सेवावत बागी पाए साध संग हर कीर्तन गाय अनक बिगन के साधुरा के हर गुण गाय अमृत रस जाके ओट गए जी संतंदर आया सर्ब सुख नानक ते पाया ओट गई जी सहबानदर आया सर्ब सुख सतगुर संगता ते पाया तारिया जान लिया अभिमान जिने दर्शन पाया जिने तुडनू धन किया तिन दम नेड़न तारिया जान लिया अभिमान जिने दर्शन पाया जिने तुडनू धन किया तिन दम नेड़न तारिया जान लिया अभिमान जिने दर्शन पाया जिने तुडनू धन किया तिन दम नेड़न तारिया जान लिया अभिमान जिने दर्शन पाया जिने तुडनू धन किया तिन जम नेड़े नया जिने तुडनू धन किया तिन जम नेड़े नया तुम्हारी करण तुम्हारी आशा तुम्हारी सजन सोहेले राखो राखन हार दयाला नानक करके गोले टैंडी बंदश मैं कोई न डेटा तू नानक मन पाना कोल कमाई तिस मित्र विचोले जय मिल कंठ पछाना सुनी अरदास स्वामी मेरे सर्व कला बन आए प्रगट पही सगले जोगे अंतर गुरु नानक की वडे आए
प्रगट पही सगले जोगे अंदर गुरु नानक की वड्याई। बैरारी महला चौथा हर जन राम नाम गुण गावे। जे कोई निंद करे हर जन की अपना गुण न गवावे। हर जन राम नाम गुण गावे। जे कोई निंद करे हर जन की अपना गुण न गवावे। राहो जो किच करे सो आप स्वामी हरे आप कार कमावे। हरे आपे ही मट देवे स्वामी हरे आप बोल बुलावे। हरे आप पंच तट विस्तारा विच धातु पंच आप पावे। जन नानक सतगुरु मेले आपे हरे आप झगड़ चुकावे। हरे आप पंच तट विस्तारा विच धातु पंच आप पावे। जन नानक सतगुरु मेले आपे हर आप झगड़ चुका।